ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਹਲਤ ਸੁਖ ਫਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟੈ ਕਮਾਣੇ ਪਾਪ ਚਿਰਾਣੇ ਸਾਧ ਸੰਗ ਮਿਲ ਮੂਆ ਜੀਜੈ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਆਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਸਰੰਜਾਮ ਲਾਗ ਭਾਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਸਰਣ ਪਰੇ ਕੀ ਰਾਖੋ ਸਰਮਾ ਸੋ ਕਹੋ ਟਲ ਗੁਰ ਸੇਵੀ ਅਹਨਿਸ ਸਹਜ ਸੁਪਾ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਇ ਸਿਫਤ ਖਸਾਮੰਦੀ ਨੂਰ ਅਰਸੋਂ ਕੁਰਸੋਂ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੇ ਕਟੇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦੈ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪੰਜਵਾ ਜਾ ਕੋ ਭੈ ਕਿਰਪਾਲ ਪ੍ਰਭ ਹਰ ਹਰ ਸੇ ਜਪਾਤ ਨਾਨਕ ਪ੍ਰੀਤ ਲੱਗੇ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ
ਜਾ ਕਉ ਭੈ ਕਿਰਪਾਲ ਪ੍ਰਭ ਹਰ ਹਰ ਸੇ ਜਪਾਤ ਨਾਨਕ ਪ੍ਰੀਤ ਲੱਗੇ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ। ਮਹੱਲਾ ਪੰਜਵਾ। ਰਾਮ ਰਮਹੁ ਬੜ ਭਾਗੇ ਹੋ ਜਲ ਥਲ ਮਹਿਲ ਸੋਏ ਨਾਨਕ ਨਾਮ ਅਰਾਧਿਆ ਬਿਘਨ ਨ ਲਾਗੈ ਕੋਏ। ਪੌੜੇ ਭਗਤਾਂ ਕਾ ਬੋਲਿਆ ਪਰਵਾਣ ਹੈ ਦਰਗਹ ਪਵੈ ਥਾਏ ਭਗਤਾ ਤੇਰੀ ਟੇਕ ਰਤੇ ਸਚ ਨਾਏ। ਜਿਸਨੋ ਹੋਏ ਕਿਰਪਾਲ ਤਿਸ ਕਾ ਦੁਖ ਜਾਏ ਭਗਤ ਤੇਰੇ ਦਇਆਲ ਉਹਨਾਂ ਮਿਹਰ ਪਾਏ। ਦੁਖ ਦਰਦ ਵਡ ਰੋਗ ਨਾ ਪੋਹੇ ਤਿਸ ਮਾਏ ਭਗਤਾ ਇਹੋ ਆਧਾਰ ਗੁਣ ਗੋਵਿੰਦ ਗਾਏ। ਸਦਾ ਸਦਾ ਦਿਨ ਰੈਣ ਇੱਕੋ ਇੱਕ ਧਿਆਏ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹਿ ਅਗਾਏ। ਸਦਾ ਸਦਾ ਦਿਨ ਰੈਣ ਇੱਕੋ ਇੱਕ ਧਿਆਏ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹਿ ਅਗਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਤਿ ਪਾਵਨ ਭਗਤ ਵਛਲ ਕਰੁਣਾ ਨਿਧਾਨ ਅੰਤਰਜਾਮੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਵੈਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਤ ਸੰਗੀ ਜਨੋ, ਵੱਡੇ ਭਾਗ ਹਨ ਆਪਣੇ ਸਭਨਾਂ ਦੇ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਦੀ ਰਸਨਾ ਦੁਆਰਾ ਸਰਵਣ ਕੀਤੇ ਹਨ। ਹੁਣ ਸਮਾਂ ਬਣਿਆ ਹੈ ਕਥਾ ਵਿਚਾਰ ਦਾ। ਆਓ ਮਨ ਅਤੇ ਚਿੱਤ ਇਕਾਗਰ ਕਰਕੇ ਸਰਵਣ ਕਰੀਏ ਤਾਂ ਕਿ ਕੀਤੀਆਂ ਹੋਈਆਂ ਸਤ ਸੰਗਤ ਦੀਆਂ ਘੜੀਆਂ ਸਫਲੀਆਂ ਹੋ ਸਕਣ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾ। ਜਾ ਕਉ ਭੈ ਕਿਰਪਾਲ ਪ੍ਰਭ ਹਰ ਹਰ ਸੇ ਜਪਾਤ
ਗੋਜਰੀ ਕੀ ਵਾਰ ਦੇ ਅੰਦਰ ਪੰਚਮ ਗੁਰਦੇਵ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਸ਼੍ਰੀ ਮੁਖ ਵਾਕ ਦੀ ਬਖਸ਼ਿਸ਼ ਕਰ ਰਹੇ ਹਨ। ਜਾ ਕੋ ਭਏ ਕਿਰਪਾਲ ਪ੍ਰਭ ਹਰ ਹਰ ਸੇਈ ਜਪਾਤ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਵੀ ਰਾਮ ਰਾਮ ਕਰਤਾ ਸਭ ਜਗ ਫਿਰੈ ਆਰਾਮ ਨਾ ਪਾਇਆ ਜਾਏ। ਰਾਮ ਰਾਮ ਸਭ ਕੋ ਕਹੈ ਕਿਹਾ ਰਾਮ ਨਾ ਹੋਏ। ਸਾਰਾ ਸੰਸਾਰ ਹੀ ਕਹਿੰਦਾ ਵੀ ਅਸੀਂ ਨਾਮ ਜਪਦੇ ਹਾਂ, ਪਰ ਸਤਿਗੁਰੂ ਜੀ ਕਹਿੰਦੇ ਵੀ ਨਾਮ ਕੌਣ ਜਪਦਾ ਹੈ? ਕਿਸੇ ਦੇ ਵਿੱਚ ਨਾਮ ਜਪਣ ਦੀ ਸਮਰੱਥਾ ਨਹੀਂ। ਵੈਸੇ ਤਾਂ ਕੁਝ ਵੀ ਕਰਨ ਦੀ ਸਮਰੱਥਾ ਨਹੀਂ। ਆਪਣੇ 'ਚ ਇੱਕ ਸਵਾਸ ਲੈਣ ਦੀ ਵੀ ਸਮਰੱਥਾ ਨਹੀਂ ਹੈ। ਬਾਕੀ ਤੇ ਸਾਰਾ ਕੁਝ ਇੱਕ ਪਾਸੇ ਰਹਿ ਗਿਆ। ਇੱਕ ਸਵਾਸ, ਸਾਹ ਲਏ ਤਾਂ ਲਵਾਏ। ਸਾਹ ਵੀ ਤਾਂ ਆਉਂਦਾ ਜੋ ਪਰਮਾਤਮਾ ਲਵਾਉਂਦਾ ਦਵਾਉਂਦਾ, ਆਪਾਂ ਨਹੀਂ ਲੈ ਸਕਦੇ। ਤੇ ਸਾਹਾਂ ਦੇ ਆਧਾਰ ਤੇ ਸਾਡਾ ਜੀਵਨ ਹੈ। ਸਾਹ ਨਹੀਂ ਲੈ ਸਕਦੇ, ਬਾਕੀ ਸਾਰੀਆਂ ਗੱਲਾਂ ਖਤਮ ਨੇ। ਚਲੋ ਸੰਸਾਰ ਦੇ ਕਾਰੋ ਵਿਹਾਰਾਂ ਦੇ ਵਿੱਚ ਤਾਂ ਕਰਤਾਪੁਣ ਹੈ ਹੀ ਹੈ। ਹਮ ਕੀਆ ਹਮ ਕਰਾਂਗੇ, ਹਮ ਮੂਰਖ ਗਵਾਰ। ਕਰਨੇ ਵਾਲਾ ਵਿਸਰਿਆ ਦੂਜੇ ਭਾਏ ਪਿਆਰ। ਹਮ ਕੀਆ ਹਮ ਕਰਾਂਗੇ। ਪਹਿਲਾਂ ਤਾਂ ਕਹਿੰਦਾ ਮੈਂ ਕੀਤਾ, ਫਿਰ ਹਾਲੇ ਟਲਿਆ ਨਹੀਂ, ਕਹਿੰਦਾ ਹਾਲੇ ਹੋਰ ਵੀ ਕਰਾਂਗੇ। ਪਾਤਸ਼ਾਹ ਜੀ ਕਹਿੰਦੇ ਵੀ ਇਹ ਕਿਹਨਾਂ ਦਾ ਕੰਮ ਹੈ? ਹਮ ਮੂਰਖ ਗਵਾਰ। ਕਿਉਂਕਿ ਅਸੀਂ ਮੂਰਖ ਹਾਂ, ਅਸੀਂ ਬਿਲਕੁਲ ਗਵਾਰ ਹਾਂ, ਉਜਾੜਾਂ। ਇਸ ਕਰਕੇ ਕਹਿੰਦੇ ਆ ਵੀ ਅਸੀਂ ਕੀਤਾ ਜਾਂ ਅਸੀਂ ਕਰਾਂਗੇ। ਸਾਡੀ ਮੂਰਖਤਾ ਹੀ ਹੈ ਇਹ। ਜਦੋਂ ਕਿ ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ। ਆਪਣਾ ਕੀਤਾ ਕਿਛੁ ਨਾ ਹੋਵੇ, ਜਿਉ ਹਰ ਭਾਵੈ ਤਿਉ ਰੱਖੀਐ। ਸਾਰਾ ਕੁਝ ਉਹਦੀ ਰਜਾ ਦੇ ਵਿੱਚ ਹੈ। ਆਪਣਾ ਕੀਤਾ ਹੋਇਆ ਕੁਝ ਵੀ ਨਹੀਂ ਹੁੰਦਾ। ਹੁਣ ਸਤਿਗੁਰੂ ਜੀ ਕਹਿੰਦੇ ਵੀ ਜੇ ਧਾਰਮਿਕ ਬੰਦੇ ਵੀ, ਧਰਮੀ ਬੰਦੇ ਵੀ ਇਹ ਗੱਲ ਕਹਿਣ ਵੀ ਅਸੀਂ ਧਰਮ ਦੇ ਕਰਮ ਕਰਦੇ ਹਾਂ, ਫਿਰ ਉਹ ਸਾਡਾ ਜਿਹੜਾ ਧਰਮ ਦਾ ਕਰਮ ਹੈ ਉਹ ਕੋਈ ਧਰਮ ਨਾਲ ਸੰਬੰਧਿਤ ਨਹੀਂ ਰਹਿ ਜਾਂਦਾ, ਉਹ ਇੱਕ ਦੁਨਿਆਵੀ ਕੰਮ ਹੀ ਬਣ ਜਾਂਦਾ ਹੈ। ਕਿਉਂਕਿ ਸੰਸਾਰ ਦੇ ਵਿੱਚ ਹਮ ਕੀਆ ਹਮ ਕਰਾਂਗੇ। ਤੇ ਜੇ ਇੱਥੇ ਵੀ ਮਨੁੱਖ ਕਹਿੰਦਾ ਵੀ ਮੈਂ ਕੀਤਾ ਤੇ ਮੈਂ ਕਰਾਂਗਾ, ਫਿਰ ਉਹ ਧਰਮ ਨਾਲ ਸੰਬੰਧਿਤ ਨਹੀਂ ਰਹਿ ਗਿਆ, ਉਹ ਵੀ ਦੁਨਿਆਵੀ ਕੰਮ ਬਣ ਕੇ ਰਹਿ ਗਿਆ। ਧਰਮ ਵੀ ਦੁਨਿਆਵੀ ਬਣ ਗਿਆ। ਦੁਨਿਆਵੀ ਦੁਨੀਆ ਹਰ ਇੱਕ ਕੰਮ ਵਿਖਾਵੇ ਦਾ, ਜਿੱਥੇ ਸੰਸਾਰ ਦੇ ਅੰਦਰ ਜਿਤਨੀ ਡਿਸਪਲੇ ਹੈ ਉਤਨੀ ਉਹ ਸੇਲ ਜ਼ਿਆਦਾ ਹੈ। ਸਮਾਨ ਜਿੰਨਾ ਸਾਹਮਣੇ ਰੱਖੋਗੇ ਉਨਾ ਹੀ ਵਿਕਣਾ ਹੈ। ਇਹ ਸੰਸਾਰ ਹੈ, ਜਿੰਨਾ ਵਿਖਾਵਾ ਕਰੋਗੇ ਉਨਾ ਸੰਸਾਰ ਮੰਨੇਗਾ। ਪਰ ਧਰਮ ਨੂੰ ਪਾਤਸ਼ਾਹ ਜੀ ਨੇ ਕਿਹਾ ਵੀ ਭੇਖ ਦਿਖਾਏ ਜਗਤ ਕੋ, ਲੋਗਨ ਕੋ ਵਸ ਕੀਨ। ਅੰਤ ਕਾਲ ਕਾਤੀ ਕਟਿਓ ਬਾਸ ਨਰਕਮੋ ਲੀਨ। ਦੇਖੋ ਦੁਨੀਆ ਤਾਂ ਨਹੀਂ ਚੱਲਣੀ ਇਸ ਤਰ੍ਹਾਂ। ਇੱਥੇ ਤਾਂ ਸਾਨੂੰ ਸਾਹਮਣੇ ਸਮਾਨ ਰੱਖਣਾ ਹੀ ਪੈਣਾ, ਤਾਂ ਹੀ ਵਿਕਣਾ।
पर जे धर्म नूं भी असीं सामने रख के दुनिया नूं वश च करना है, किन्ने लोग मेरी गल सुनते हैं, किन्ने लोग मैनू लाइक करते हैं, किन्ने फॉलो करते हैं, किन्ने सबसक्राइब करते हैं यूट्यूब के उत्ते। फिर धर्म भी एक दुनियावी काम है, इस तो वध कुछ नहीं है। गज के आखो सतनाम श्री वाहिगुरू। लोकां नूं वेखना है, तो ये फिर साडा धर्म भी एक दुनियावी कर्म बन के रह गया, इस तो वध कुछ भी नहीं है। जवाब है जी भला हुंदा भला अपना ही कर लो, इन्ना ही बहुत है। यह भी अपना ही भला है, जिन्नी लुकाई जोड़ूगी उन्ने ही पैसे ज़्यादा आउणगे। जोड़ना तो इसे वास्ते ना, और काहदे वास्ते है? पैसे की खातर है। तो साहब जी कहते भी जे हुण कोई नाम जपण वाला ये गल कहे भी मैं नाम जपदा, इत्थे ही बस नहीं, ये भी दसदा भी मैं इन्ने घंटे जपदा जां मैं जपदा रहा, फिर वो की है? वाहिगुरू परमेश्वर जी की नज़र तो वंझ है। धार्मिक जगत के अंदर जो कुछ करते हैं असीं अपने भले दे लई करते हैं, उहदा किसी दे नाल कोई संबंध नहीं है, तां ते दस्सण दी लोड़ ही नहीं। अपने लिए कर रहे हैं ना, फिर दसना काहदे लई है? जे दूए लिए कर रहे हैं फिर उन्होंने दस दिओ भाई। सो धर्म का संबंध साडी जिहड़ी जिंदगी दे विच एक प्राइवेसी है, जिवें असीं किसे नूं दसदे नहीं, ये भी नहीं किसे नूं दसना हुंदा, अपना आनंद माणना है। हुण नाम कौन जपदा है? कोई जप सकदा नाम? नहीं। साडे तो जिहड़े वड्डे ने, जिन्हां दे प्रति साडे मन दे अंदर सत्कार है, साडे पुरानी परंपरा कि पत्नी दे अंदर अपने पति दे लई कितना सत्कार है कि उन्हें कदे भी अपने पति का नाम नहीं लिया, क्योंकि नाम लैण की लोड़ ही नहीं पई। पति इक्को ही हुंदा है, पति इक्को ही हुंदा ना, उन्होंने लोड़ नहीं पई ना दसण दी। पति इक्को ही है, कसम इक्को ही है कि कदे घर वाली अपने घर वाले का नाम नहीं सी लैंदी। ये की सी? पत्नी का अपने पति दे प्रति सत्कार, भी वो वड्डा है, सत्कारयोग है, मैं उसदा नाम नहीं लेना। ते फिर भाई परमात्मा दा नाम कोई किवें लै लेगा? गज के आखो सतनाम श्री वाहिगुरू। किवें लै लेगा? नहीं लै सकदे ना। इस करके सतगुरु जी कहंदे भी जा को भये किरपाल प्रभ, हर हर सेई जपात। जिन्हां उत्ते किरपा दा घर वाहिगुरू परमेश्वर आप किरपा करे, नदर करे तां सिमरिया जाए। जे ओदी नदर होवे तां ओदा सिमरन हुंदा है, तां ओदी याद बनदी है। हर हर सही जपात, ओही भाई वाहिगुरू परमेश्वर जी दे नाम नूं जपदे ने, जिन्हां दे कोलों ओ आप जपाउंदा है। आप जपाए जपै सो नाओ, आप गवाए ताहार गुण गाओ। परमात्मा किरपा करे तां ओदे गुण गाए जांदे ने। वास्तव दे विच ओदी किरपा ही गुणां दा गायन है, ये किरपा ही है ओदी। सुपाई ओही नाम जपदे हैं जिन्हां उत्ते वाहिगुरू परमेश्वर जी किरपा करदे ने। हाँ जी। नानक प्रीत लगे तिन राम स्याओ,
ਭੇਟਤ ਸਾਧ ਸੰਗਾਤ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ। ਵਾਹਿਗੁਰੂ ਪਰਮੇਸ਼ਰ ਜੀ ਦੇ ਨਾਲ ਉਹਨਾਂ ਦਾ ਪ੍ਰੇਮ ਬਣਿਆ ਹੋਇਆ, ਪ੍ਰੀਤੀ ਬਣੀ ਹੋਈ। ਇਹਦੀ ਨਿਸ਼ਾਨੀ ਕੀ ਹੈ? ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਆਵਰ ਸੰਗ ਤੋਰੀ। ਬਾਕੀ ਸਾਰਿਆਂ ਦੇ ਨਾਲ ਤੋੜੀ ਹੈ ਤੇ ਤੇਰੇ ਨਾਲ ਰੱਖੀ ਹੈ, ਇੱਕ ਨਾਲ ਹੀ ਨਿਭਦੀ ਹੈ। ਕੀ ਫਿਰ ਬਾਕੀ ਸਾਰਿਆਂ ਦੇ ਨਾਲ ਮਨੁੱਖ ਪ੍ਰੇਮ ਨਹੀਂ ਕਰਦਾ, ਸਾਰਿਆਂ ਨੂੰ ਟੁੱਟ ਜਾਂਦਾ? ਨਹੀਂ। ਇੱਕ ਅਸੀਂ ਕਿਸੇ ਨਾਲ ਜੁੜਨਾ, ਇੱਕ ਕਿਸੇ ਦਾ ਸਾਡੇ ਨਾਲ ਜੁੜਨਾ। ਸਾਡੀ ਕੋਸ਼ਿਸ਼ ਹੈ ਵੀ ਜੋੜ ਕੇ ਰੱਖਣਾ, ਪਰ ਸਾਡੀ ਕੋਸ਼ਿਸ਼ ਕਰਨ ਦੇ ਬਾਵਜੂਦ ਕੋਈ ਵੀ ਸਾਡੇ ਨਾਲ ਜੁੜਿਆ ਹੋਇਆ ਨਹੀਂ ਰਹਿੰਦਾ। ਜਿੰਨੀ ਕੋਸ਼ਿਸ਼ ਕਰੋਗੇ ਜੋੜਨ ਦੀ, ਓਨਾ ਹੀ ਬੰਦਾ ਦੂਰ ਚਲਿਆ ਜਾਊਗਾ। ਪਰ ਇੱਥੇ ਫਰੀਦਾ, ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ। ਇਹ ਨਹੀਂ ਵੀ ਜੇ ਉਹ ਪ੍ਰਮਾਤਮਾ ਨਾਲ ਪ੍ਰੇਮ ਕਰਦਾ, ਸੰਸਾਰ ਨਾਲੋਂ ਟੁੱਟ ਗਿਆ, ਟੁੱਟਿਆ ਨਹੀਂ ਹੈ। ਪਹਿਲਾਂ ਉਹ ਸੰਸਾਰ ਦੇ ਮੋਹ ਦੇ ਵਿੱਚ ਸੀ ਤੇ ਹੁਣ ਉਹ ਸੰਸਾਰ ਦੇ ਪ੍ਰੇਮ ਦੇ ਵਿੱਚ ਹੈ। ਮੋਹ ਦੇ ਵਿੱਚ ਸਿਰਫ ਆਪਣੀ ਨਜ਼ਰ ਆਉਂਦੇ ਸਨ, ਹੁਣ ਪ੍ਰੇਮ ਦੇ ਵਿੱਚ ਸਾਰਾ ਸੰਸਾਰ ਹੀ ਆਪਣਾ ਨਜ਼ਰ ਆਉਂਦਾ। ਫਰਕ ਹੈ। ਇਹ ਨਹੀਂ ਵੀ ਟੁੱਟ ਗਿਆ, ਜੁੜਿਆ ਹੋਇਆ। ਪਰ ਹੁਣ ਇਹ ਫਰਕ ਪੈ ਗਿਆ ਕਿ ਪਹਿਲਾਂ ਪਕੜ ਬਣਾਇਆ ਬੈਠਾ ਸੀ ਆਪਣਿਆਂ ਦੇ ਉੱਤੇ, ਵੀ ਆਪਣਿਆਂ ਤੋਂ ਦੂਰ ਨਾ ਹੋ ਜਾ, ਆਪਣੇ ਦੂਰ ਨਾ ਚਲੇ ਜਾਣ, ਬਗਾਨੇ ਤੋਂ ਤਾਂ ਲੈਣਾ ਕੀ ਹੈ। ਪਰ ਹੁਣ ਸਾਰੇ ਹੀ ਆਪਣੇ ਹੋ ਗਏ। ਹੁਣ ਸਾਰਿਆਂ ਦੇ ਵਿੱਚ ਉਹ ਪ੍ਰਮਾਤਮਾ ਦੀ ਜੋਤ ਨਜ਼ਰ ਆਉਂਦੀ। ਹੁਣ ਸਾਰਿਆਂ ਦੇ ਨਾਲ ਇੱਕੋ ਜਿਹਾ ਪਿਆਰ ਕਰਦਾ ਹੈ, ਸਭ ਦੇ ਨਾਲ। ਆਪਣੇ ਬਗਾਨੇ ਦੀ ਗੱਲ ਖਤਮ ਹੋ ਗਈ। ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ। ਕਿਹੜੇ ਰਾਮ ਸਿਉ? ਕਿਹੜੇ ਪ੍ਰਮਾਤਮਾ ਦੇ ਨਾਲ? ਰਾਮ ਦਾ ਅਰਥ ਹੀ ਇਹ ਹੈ ਵੀ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ। ਰਾਮ ਸ਼ਬਦ ਇੱਥੇ ਪ੍ਰਮਾਤਮਾ ਦੇ ਲਈ ਵਰਤਿਆ ਹੈ। ਰਾਮ ਦਾ ਅਰਥ ਹੈ ਸਾਰਿਆਂ ਦੇ ਵਿੱਚ ਰਮਿਆ ਹੋਇਆ, ਸਾਰਿਆਂ ਦੇ ਵਿੱਚ ਮਿਲਿਆ ਹੋਇਆ। ਹੁਣ ਜਿਹੜਾ ਸਾਰਿਆਂ ਦੇ ਵਿੱਚ ਮਿਲਿਆ ਹੋਇਆ, ਉਹਦੇ ਨਾਲ ਹੁਣ ਪ੍ਰੀਤ ਬਣਦੀ, ਅੰਦਰਲੇ ਦੇ ਨਾਲ ਪ੍ਰੀਤੀ ਬਣ ਗਈ। ਕਿਉਂਕਿ ਬਾਹਰੀ ਜਿਹੜਾ ਸਰੀਰਕ ਢਾਂਚਾ ਹੈ, ਉਹਦੇ ਵਿੱਚ ਤਾਂ ਇਹ ਫਰਕ ਹੈ ਵੀ ਕੌਣ ਹੈ ਆਪਣਾ, ਕੌਣ ਬਗਾਨਾ, ਵੱਡਾ ਛੋਟਾ, ਗਰੀਬ ਅਮੀਰ, ਇਸਤਰੀ ਪੁਰਸ਼, ਸਭ ਕੁਝ ਹੈ। ਪਰ ਜਦੋਂ ਸਰੀਰ ਤੋਂ ਪਰੇ ਜਾ ਕੇ ਆਤਮਾ ਨੂੰ ਵੇਖਦੇ ਆ, ਫਿਰ ਆਤਮਾ 'ਚ ਤਾਂ ਆਪਣਾ ਬਗਾਨਾ ਹੈ ਨਹੀਂ, ਗਰੀਬ ਅਮੀਰ ਹੈ ਹੀ ਨਹੀਂ ਉੱਥੇ। ਉੱਥੇ ਪਾਪੀ ਪੁੰਨੀ ਹੈ ਹੀ ਨਹੀਂ, ਇਸਤਰੀ ਪੁਰਸ਼ ਉੱਥੇ ਹੈ ਹੀ ਨਹੀਂ। ਆਤਮਾ ਦਾ ਸਰੂਪ ਨਹੀਂ ਹੈ, ਸਰੀਰ ਦਾ ਸਰੂਪ ਹੈ। ਹੁਣ ਜਦੋਂ ਉਹ ਰਵੇਂ ਹੋਏ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਲ ਜੁੜ ਗਿਆ, ਪਰ ਇਹ ਪ੍ਰਾਪਤੀ ਕਿੱਥੋਂ ਹੋਈ? ਭੇਟਤ ਸਾਧ ਸੰਗਾਤ। ਜਦੋਂ ਆ ਕੇ ਸਤਿਗੁਰਾਂ ਜੀ ਦੀ ਸੰਗਤ ਦੇ ਵਿੱਚ ਮਿਲਿਆ। ਸਾਧ ਸੰਗਾਤ ਦਾ ਅਰਥ ਹੈ ਸਾਧ, ਸਤਿਗੁਰਾਂ ਜੀ ਦੀ ਸੰਗਤ। ਇੱਥੇ ਮਿਲ ਗਿਆ, ਇੱਥੋਂ ਇਹ ਪ੍ਰਾਪਤੀ ਹੁੰਦੀ ਹੈ। ਭਗਤ ਰਵਿਦਾਸ ਜੀ ਇਸ ਭਾਵ ਨੂੰ ਸਪਸ਼ਟ ਕਰਦੇ ਹਨ ਕਿ ਸਾਧ ਸੰਗਤ ਬਿਨ ਭਾਉ ਨਾ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਸਾਧ ਸੰਗਤ ਬਿਨ ਭਾਵ ਨਾ ਉਪਜੈ, ਭਾਵ ਨਾਮ ਹੈ ਪ੍ਰੇਮ ਦਾ। ਸਾਧ ਸੰਗਤ ਤੋਂ ਬਿਨਾ ਪ੍ਰੇਮ ਉਪਜਦਾ ਨਹੀਂ, ਤੇ ਪ੍ਰੇਮ ਤੋਂ ਬਿਨਾ ਹੈ ਵਾਹਿਗੁਰੂ ਜੀ ਤੇਰੀ ਭਗਤੀ ਨਹੀਂ ਹੁੰਦੀ। ਇਹ ਸਾਧ ਸੰਗਤ ਦਾ ਭਾਵ ਹੈ ਵੀ ਸਾਡੇ ਅੰਦਰ ਪ੍ਰੇਮ ਭਾਵਨਾ ਬਣ ਜੇ, ਭਾਵਨਾ ਬਣ ਜੇ। ਇਹ ਭਾਵਨਾ ਬਣਾਉਣ ਦੇ ਵਾਸਤੇ ਹੈ ਸਾਧ ਸੰਗਤ। ਤੇ ਭਾਵਨਾ ਜਿਹੜੀ ਹੈ ਉਹ ਹਮੇਸ਼ਾ ਇੱਕ ਤੇ ਹੋਇਆ ਕਰਦੀ ਹੈ, ਦੋਆਂ ਤੇ ਭਾਵਨਾ ਨਹੀਂ ਹੁੰਦੀ, ਦੋਆਂ ਤੇ ਨਹੀਂ ਹੋਇਆ ਕਰਦੀ।
ਦੋ ਦੇ ਵਿੱਚ ਗੜਬੜ ਹੈ। ਆਪਣੇ ਹੀ ਘਰ ਦੇ ਵਿੱਚ ਦੋ ਬੱਚਿਆਂ ਨੇ ਜਨਮ ਲਿਆ, ਉਹੀ ਨਹੀਂ ਰਾਜੀ ਹੁੰਦੇ, ਉਹੀ ਕਹਿੰਦੇ ਵੀ ਮੰਮੀ ਡੈਡੀ ਉਹਦਾ ਜ਼ਿਆਦਾ ਕਰਦੇ, ਮੇਰਾ ਘੱਟ ਕਰਦੇ, ਜਦੋਂ ਕਿ ਕਰਦੇ ਨਹੀਂ ਹੈ, ਕਸਾਰ ਹੀ ਕਰਦੇ। ਬੱਚੇ ਮਾਤਾ ਪਿਤਾ ਲਈ ਇੱਕੋ ਹੀ ਸਾਰ ਹੁੰਦੇ ਨੇ। ਗੁਰੂ ਕਹਿੰਦੇ ਵੀ ਨਹੀਂ, ਉਹਨਾਂ ਦਾ ਜ਼ਿਆਦਾ, ਸਾਡਾ ਜ਼ਿਆਦਾ, ਸਾਡਾ ਘੱਟ ਹੈ। ਦੋ ਦੇ ਵਿੱਚ ਗੱਲ ਵਿਗੜੇਗੀ। ਇਸ ਕਰਕੇ ਭਾਵਨਾ ਜਿਹੜੀ ਹੈ ਉਹ ਇੱਕ ਤੇ ਹੈ। ਬਾਬਾ ਆਨੰਦ ਸਿੰਘ ਜੀ ਕੀ ਕਹਿੰਦੇ, ਉਹਨਾਂ ਨੇ ਕਿਹਾ ਵੀ ਭਾਈ ਸਤ ਸੰਗੀ ਜਨੋ, ਆਪਣੀ ਜਿਹੜੀ ਟੇਕ ਹੈ, ਆਪਣੀ ਜਿਹੜੀ ਭਾਵਨਾ ਹੈ, ਉਹ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਰੱਖਣੀ। ਇਹ ਕੋਈ ਨਹੀਂ ਗੱਲ ਸੁਣਾਉਂਦਾ। ਇਹ ਬੜੇ ਬਚਨ ਬਾਬਾ ਆਨੰਦ ਸਿੰਘ ਜੀ ਦੇ ਸੁਣਾਏ ਜਾਂਦੇ, ਪਰ ਇਹ ਨਹੀਂ ਕੋਈ ਸੁਣਾਈ ਹੋਇਆ। ਉਹ ਕਹਿੰਦੇ ਵੀ ਟੇਕ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਰੱਖਣੀ। ਕਹਿੰਦੇ ਵੀ ਜੇ ਤੁਸੀਂ ਕਿਸੇ ਸਰੀਰ ਤੇ ਟੇਕ ਰੱਖ ਲਈ, ਗੁਰੂ ਗ੍ਰੰਥ ਸਾਹਿਬ ਜੀ ਤੋਂ ਪਰੇ ਜਾ ਕੇ ਸਰੀਰ ਤੇ ਟੇਕ ਰੱਖ ਲਈ, ਕਹਿੰਦੇ ਵੀ ਉਹਦੇ ਤੋਂ ਕੋਈ ਗਲਤੀ ਹੋ ਗਈ, ਤੁਹਾਡਾ ਭਰੋਸਾ ਸਾਰਿਆਂ ਤੋਂ ਚੁੱਕਿਆ ਜਾਣਾ। ਇਸ ਕਰਕੇ ਟੇਕ ਜਿਹੜੀ ਹੈ ਉਹ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਰੱਖਣੀ, ਭਰੋਸਾ ਬਣਿਆ ਰਹੂਗਾ, ਹੋਰ ਪਾਸੇ ਨਹੀਂ ਜਾਣਾ। ਸੋ ਇਹ ਪ੍ਰੇਮ ਦੀ ਪ੍ਰਾਪਤੀ ਜਿਹੜੀ ਹੈ ਉਹ ਸਾਧ ਸੰਗਤ ਦੇ ਵਿੱਚੋਂ ਹੁੰਦੀ। ਹੁਣ ਆਪਾਂ ਨੇ ਵੇਖਣਾ ਵੀ ਆਪਾਂ ਸਾਧ ਸੰਗਤ ਦੇ ਵਿੱਚ ਆ ਰਹੇ ਆ, ਵੀ ਆਪਣਾ ਜਿਹੜਾ ਮੋਹ ਹੈ ਉਹ ਪ੍ਰੇਮ ਦੇ ਵਿੱਚ ਕਿੰਨਾ ਕੁ ਬਦਲਿਆ ਹੈ। ਦੇਖੋ ਬਚਨ ਆਪਾਂ ਰੋਜ਼ ਪੜ੍ਹ ਰਹੇ ਹਾਂ। ਕੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਦੁੱਖ ਪਾਰ ਹਾਰ ਸੁੱਖ ਘਰ ਲੈ ਜਾਏ। ਦੁੱਖ ਨੂੰ ਤਿਆਗ ਕੇ ਸੁੱਖ ਘਰ ਲੈ ਜਾਂਦੇ ਨੇ, ਲੈ ਜਾਓ। ਹੁਣ ਸੁੱਖ ਲੈ ਕੇ ਜਾਣਾ, ਉਸ ਤੋਂ ਪਹਿਲਾਂ ਦੁੱਖ ਦਾ ਤਿਆਗ ਹੈ। ਦੁੱਖ ਜਿਹੜੀਆਂ ਚੀਜ਼ਾਂ ਸਾਡੇ ਕੋਲ ਦੁੱਖਦਾਈ ਪਈਆਂ ਨੇ ਨਾ, ਸਤਿਗੁਰੂ ਜੀ ਕਹਿੰਦੇ ਉਹ ਮੇਰੇ ਕੋਲ ਰੱਖ ਦੇ, ਮੈਨੂੰ ਦੇ ਜਾ। ਇਹ ਦੇਖੋ ਦੁਨੀਆ ਦੇ ਅੰਦਰ ਐਸਾ ਕੋਈ ਨਹੀਂ ਹੈ ਜਿਹੜਾ ਕਹੇ ਵੀ ਨਕੰਮੀ ਚੀਜ਼ ਮੈਨੂੰ ਦੇ ਦਿਓ ਤੇ ਮੇਰੇ ਕੋਲੋਂ ਕੰਮ ਦੀ ਚੀਜ਼ ਲੈ ਜਾਓ। ਹੈਗਾ ਕੋਈ? ਨਹੀਂ। ਸਾਰੇ ਕੰਮ ਦੀਆਂ ਚੀਜ਼ਾਂ ਦੇ ਗਾਹਕ ਹੈ, ਨਕੰਮੀ ਚੀਜ਼ ਦਾ ਕਿਹੜਾ ਗਾਹਕ ਹੈ? ਪਰ ਸਤਿਗੁਰੂ ਜੀ ਕਹਿੰਦੇ ਵੀ ਨਕੰਮੀ ਚੀਜ਼ ਮੈਨੂੰ ਦੇ ਤੇ ਮੇਰੇ ਕੋਲੋਂ ਕੰਮ ਦੀ ਚੀਜ਼ ਲੈ ਜਾ। ਹੁਣ ਜਿਹੜਾ ਮੋਹ ਹੈ ਉਹ ਦੁੱਖਦਾਈ ਹੈ। ਮੋਹ ਕਰਕੇ ਮਮਤਾ, ਆਪਣਤ, ਆਪਣਾ ਦੁਖੀ ਹੋਣਾ। ਜਿੰਨਾ ਵੀ ਅਸੀਂ ਦੁਖੀ ਆ ਨਾ, ਉਹਦਾ ਕਾਰਨ ਮੋਹ ਹੈ, ਅਟੈਚਮੈਂਟ ਹੈ। ਜਿੰਨੀ ਕਿਸੇ ਦੇ ਨਾਲ ਹੈ ਉਨਾ ਹੀ ਦੁੱਖ ਹੈ, ਜਿੰਨੀ ਜ਼ਿਆਦਾ ਉਨਾ ਹੀ ਦੁੱਖ ਹੈ। ਜਿੰਨੀ ਘੱਟ ਹੋਵੇਗੀ ਉਨਾ ਹੀ ਸੁੱਖ ਹੋਵੇਗਾ। ਤੋ ਮੋਹ ਦੁੱਖ ਹੈ ਤੇ ਸਤਿਗੁਰੂ ਜੀ ਕਹਿੰਦੇ ਵੀ ਇਹਨੂੰ ਛੱਡ, ਸਾਡੇ ਕੋਲ ਮੋਹ ਦੇ ਸਾਨੂੰ ਪਹਿਲਾਂ। ਸਾਧ ਸੰਗਤ ਰੂਪੀ ਧਰਤੀ ਦੇ ਵਿੱਚ ਜਦੋਂ ਮੋਹ ਦਾ ਬੀਜ ਬੀਜਿਆ ਜਾਂਦਾ ਹੈ, ਮੋਹ ਦਾ ਬੀਜ ਬੀਜਿਆ ਜਾਂਦਾ। ਬੀਜ ਇੱਕ ਹੈ, ਪਰ ਜਦੋਂ ਉਹਦੇ ਵਿੱਚੋਂ ਦਰਖਤ ਨਿਕਲਦਾ, ਉਹਦੀਆਂ ਕਿਤਨੀਆਂ ਟਾਹਣੀਆਂ, ਕਿਤਨੇ ਫੁੱਲ ਫਲ, ਛਾਂ, ਬੀਜ ਨੇ ਤਾਂ ਕੁਝ ਦੇਣਾ ਨਹੀਂ। ਪਰ ਜੋ ਬੀਜ ਵਿੱਚੋਂ ਦਰਖਤ ਬਣ ਜਾਵੇ ਤੇ ਉਹ ਸਾਡੇ ਲਈ ਸੁਖਦਾਈ ਹੈ ਤੇ ਦੂਸਰਿਆਂ ਦੇ ਲਈ ਵੀ ਸੁਖਦਾਈ ਹੈ। ਜਿਹਨੇ ਬੀਜਿਆ ਉਹ ਬਹਿ ਜੇ ਛਾਂ 'ਚ, ਉਹ ਫਲ ਲੈ ਲਵੇ, ਉਹਦੇ ਲਈ ਵੀ ਸੁਖਦਾਈ। ਕੋਈ ਹੋਰ ਆ ਕੇ ਖਾ ਲਵੇ ਛਾਂ 'ਚ ਬੈਠੇ, ਉਹਦੇ ਲਈ ਵੀ ਸੁਖਦਾਈ। ਪਰ ਬੀਜ ਨੇ ਕੀ ਦੇਣਾ ਸੀ? ਤੋ ਇਹ ਧਰਤੀ ਦੇ ਵਿੱਚ ਜਦੋਂ ਮੋਹ ਰੂਪੀ ਬੀਜ ਬੀਜਿਆ ਗਿਆ ਤਾਂ ਇਹਦੇ ਵਿੱਚੋਂ ਫਿਰ ਪ੍ਰੇਮ ਦਾ ਦਰਖਤ ਪੈਦਾ ਹੁੰਦਾ ਹੈ। ਬੀਜ ਸੂਖਮ ਹੈ ਤੇ ਜਿਹੜਾ ਦਰਖਤ ਹੈ ਉਹਦਾ ਬਹੁਤ ਵੱਡਾ ਵਿਸਤਾਰ ਹੁੰਦਾ ਹੈ। ਇਸੇ ਤਰ੍ਹਾਂ ਹੀ ਮੋਹ ਤਾਂ ਸਾਡੇ ਹੱਥ ਦੇ ਵਿੱਚ ਪਕੜਿਆ ਹੋਇਆ ਇੱਕ ਬੀਜ ਹੀ ਹੈ, ਮੋਹ ਕਰਕੇ ਪਕੜ ਹੈ। ਜਦੋਂ ਉਹ ਇੱਥੇ ਬੀਜਿਆ ਗਿਆ ਸੀ, ਛੱਡਤਾ, ਗੁਰੂ ਜੀ ਨੂੰ ਦੇਤਾ ਵੀ ਮਹਾਰਾਜ ਦੁਖਦਾਈ ਹੈ, ਤੁਸੀਂ ਰੱਖ ਲਓ।
ਇਹ ਸਤਿਗੁਰਾਂ ਜੀ ਨੇ ਇਸ ਮੋਹ ਨੂੰ ਪ੍ਰੇਮ ਦੇ ਵਿੱਚ ਕਨਵਰਟ ਕਰਤਾ ਕਿ ਜੇ ਹੁਣ ਸਾਡੇ ਅੰਦਰ ਪ੍ਰੇਮ ਨਹੀਂ ਬਣਿਆ ਤਾਂ ਇਹਦਾ ਭਾਵ ਹੈ ਅਸੀਂ ਮੋਹ ਰੂਪੀ ਬੀਜ ਇੱਥੇ ਬੀਜਿਆ ਹੀ ਨਹੀਂ, ਆਪਾਂ ਛੱਡੇ ਇਹਨੂੰ ਹੱਥ ਚੋਂ। ਮੋਹ ਛੱਡਿਆ ਨਹੀਂ ਤੇ ਪ੍ਰੇਮ ਬਣਿਆ ਨਹੀਂ, ਤੇ ਜਦੋਂ ਤੱਕ ਨਹੀਂ ਛੱਡਦੇ ਤੇ ਇਹਨੇ ਪ੍ਰੇਮ ਨਹੀਂ ਬਣਨਾ। ਬੀਜ ਨੂੰ ਧਰਤੀ 'ਚ ਬੀਜਾਂਗੇ ਤਾਂ ਹੀ ਉਹਨੇ ਪੈਦਾ ਹੋਣਾ, ਦਰਖਤ ਉਹਦਾ ਤਾਂ ਹੀ ਬਣਨਾ, ਤਾਂ ਹੀ ਉਹਨੂੰ ਸੁੱਕਦੇ ਨੇ, ਹੱਥ ਵਿੱਚ ਪਕੜਿਆ ਨਹੀਂ। ਤੋ ਸਤਿਗੁਰੂ ਜੀ ਸਾਡੇ ਮੋਹ ਨੂੰ ਪ੍ਰੇਮ ਦੇ ਵਿੱਚ ਬਦਲ ਦਿੰਦੇ ਨੇ। ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ। ਉਹਨਾਂ ਦਾ ਪ੍ਰੇਮ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਲ ਕਿਵੇਂ ਬਣਿਆ, ਇਹ ਚੇਤੇ ਰੱਖਿਓ ਵੀ ਪ੍ਰਮਾਤਮਾ ਬਾਰੇ ਕਿਹਾ ਵੀ ਤੂੰ ਸਦਾ ਸਲਾਮਤ ਨਿਰੰਕਾਰ। ਨਿਰੰਕਾਰ ਦਾ ਅਰਥ ਹੈ ਨਿਰਾਕਾਰ। ਵਾਹਿਗੁਰੂ ਪਰਮੇਸ਼ਰ ਜੀ ਦਾ ਕੋਈ ਆਕਾਰ ਨਹੀਂ ਹੈ। ਪ੍ਰਮਾਤਮਾ ਬਾਰੇ ਕਹਿਤਾ ਗੁਰੂ ਨਾਨਕ ਸਾਹਿਬ ਜੀ ਨੇ ਅਜੂਨੀ ਹੈ, ਵੀ ਉਹ ਜਨਮ ਹੀ ਨਹੀਂ ਲੈਂਦਾ, ਕਿਉਂਕਿ ਸਰੀਰ ਜਨਮ ਲੈਂਦਾ ਤੇ ਪ੍ਰਮਾਤਮਾ ਅਜੂਨੀ ਹੈ, ਉਹ ਜਨਮ ਲੈਂਦਾ ਹੀ ਨਹੀਂ। ਫਿਰ ਕੀ ਹੈ, ਕਹਿੰਦੇ ਸੈ ਭੰਗ ਆਪਣੇ ਆਪ ਤੋਂ ਪ੍ਰਕਾਸ਼ ਰੂਪ ਹੈ। ਹੁਣ ਸਰੀਰ ਨਹੀਂ ਹੈ ਪ੍ਰਮਾਤਮਾ, ਇਸ ਲਈ ਪ੍ਰਮਾਤਮਾ ਦੀ ਕਲਪਨਾ ਕਰਨੀ ਵੀ ਕਿੱਥੇ ਆ ਜੀ, ਕਿਹੋ ਜਿਹਾ, ਐਸਾ ਕੁਝ ਨਹੀਂ ਹੈ। ਸਭ ਮੈਂ ਜੋਤ ਜੋਤ ਹੈ ਸੋਏ। ਰੋਜ਼ ਪੜ੍ਹਦੇ ਆਪਾਂ ਬਚਨ ਸ਼ਾਮ ਨੂੰ ਸੋਹਲਾ ਸਾਹਿਬ ਜੀ ਦੀ ਬਾਣੀ 'ਚ ਕਿ ਸਾਰਿਆਂ ਦੇ ਵਿੱਚ ਉਸੇ ਹੀ ਪਰਮਾਤਮਾ ਦੀ ਜੋਤ ਹੈ, ਉਸੇ ਪਰਮਾਤਮਾ ਦੀ ਅੰਸ਼ ਹੈ, ਕੋਈ ਵੱਖਰਾ ਨਹੀਂ ਹੈ। ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਰੱਬ ਦੇ ਰਹਿਣ ਦਾ ਘਰ ਕਿੱਥੇ ਹੈ ਜੀ? ਇਹ ਜਗ ਆ ਸੰਸਾਰ, ਇਹ ਜਗ ਸੱਚੇ ਕੀ ਹੈ ਕੋਠੜੀ, ਪਰਮਾਤਮਾ ਦੇ ਰਹਿਣ ਦਾ ਘਰ ਹੈ। ਕਿ ਹੁਣ ਜਿਹਦਾ ਮਕਾਨ ਹੈ ਉਹੀ ਉਹਦੇ 'ਚ ਰਹੇਗਾ ਨਾ। ਸੱਚੇ ਕਾ ਵਿੱਚ ਵਾਸ, ਤੇ ਉਹ ਪ੍ਰਮਾਤਮਾ ਸੱਚੇ ਦਾ ਇਹ ਸਾਰੇ ਸੰਸਾਰ ਦੇ ਵਿੱਚ ਵਾਸ ਹੈ। ਸੰਸਾਰ ਕੀ ਹੈ? ਆ ਜਿੰਨੇ ਵੀ ਮਨੁੱਖ ਨੇ, ਜਦੋਂ ਆਪਾਂ ਵਰਲਡ ਦੀ ਗਿਣਤੀ ਲੈਨੇ ਆ ਨਾ ਵੀ ਅੱਜ ਪਾਪੂਲੇਸ਼ਨ ਕਿੰਨੀ ਹੈ ਸਾਡੀ, ਗੂਗਲ ਤੇ ਜਾਓ ਸਰਚ ਕਰੋ ਵੀ ਅੱਜ ਵਰਲਡ ਦੀ ਜਿਹੜੀ ਗਿਣਤੀ ਕਿੰਨੀ ਹੈ, ਤਾਂ ਉਹਦੇ ਵਿੱਚ ਸਿਰਫ ਮਨੁੱਖਾਂ ਦੀ ਗਿਣਤੀ ਆਊਗੀ ਤੇ ਪਸ਼ੂਆਂ ਪੰਛੀਆਂ ਦੀ ਗਿਣਤੀ ਨਹੀਂ ਆਉਂਦੀ ਹੈ। ਇਸ ਕਰਕੇ ਸੰਸਾਰ ਦਾ ਸੰਬੰਧ ਕੇਵਲ ਤੇ ਕੇਵਲ ਮਨੁੱਖਾ ਜਾਤੀ ਨਾਲ ਹੈ, ਪਸ਼ੂ ਪੰਛੀਆਂ ਨਾਲ ਇਹਦਾ ਸੰਬੰਧ ਨਹੀਂ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਗੱਲ ਚੇਤੇ ਰੱਖਣੀ। ਸਾਡਾ ਜਿਹੜਾ ਧਿਆਨ ਨਾ ਉਧਰ ਨੂੰ ਜ਼ਿਆਦਾ ਜਾ ਰਿਹਾ। ਕੁੱਤੇ 'ਚ ਰੱਬ ਦਿੰਦਾ ਹੈ, ਗਾਵਾਂ 'ਚ ਰੱਬ ਦਿੰਦਾ ਹੈ, ਸੱਪ 'ਚ ਰੱਬ ਦਿੰਦਾ ਹੈ, ਪਰ ਬੰਦੇ 'ਚ ਰੱਬ ਨਹੀਂ ਦਿਖਾਈ ਦਿੰਦਾ। ਇਹਦੇ 'ਚ ਵੀ ਕਹਿੰਦੇ ਜੀ ਰੱਬ ਦੀ ਜੋਤ ਹੈ, ਉਹ ਜੋਤ ਨਜ਼ਰ ਆਉਂਦੀ, ਪਰ ਜਿਹੜੀ ਬੰਦੇ ਦੇ ਅੰਦਰ ਜੋਤ ਹੈ ਨਾ ਤਾਂ ਆਪਣੇ ਅੰਦਰ ਜਦ ਨਜ਼ਰ ਆਈ ਨਾ ਦੂਸਰੇ ਦੇ ਅੰਦਰ ਨਜ਼ਰ ਆਈ। ਆਪਣੇ ਅੰਦਰ ਨਹੀਂ ਨਾ ਜੋਤ ਆਈ। ਜਦੋਂ ਅੰਦਰ ਕੁੱਤਾ ਬੈਠਿਆ ਹੋਵੇ ਤੇ ਫਿਰ ਉੱਥੇ ਰੱਬ ਦੀ ਜੋਤ ਕਿੱਥੋਂ ਦਿਖਾਈ ਦੇਣੀ? ਅੰਦਰ ਤੇ ਕੁੱਤਾ ਬੈਠਿਆ, ਅੰਦਰ ਬਿੱਲਾ ਬੈਠਿਆ, ਸੱਪ ਬੈਠਿਆ, ਗਾਵਾਂ ਮੱਝਾਂ ਬੈਠੀਆਂ ਅੰਦਰ, ਇਹ ਰੱਬ ਕਿੱਥੋਂ ਨਜ਼ਰ ਆਉਣਾ ਸੀ? ਇਨਸਾਨ ਦੇ ਅੰਦਰ ਇਨਸਾਨ ਨਹੀਂ ਬੈਠਿਆ, ਪ੍ਰਗਟ ਨਹੀਂ ਹੋਇਆ। ਇਸ ਲਈ ਇੱਥੇ ਜਿਹੜੀ ਗੱਲ ਕੀਤੀ ਹੈ ਉਹਨੂੰ ਸਪਸ਼ਟ ਕੀਤਾ ਸਤਿਗੁਰਾਂ ਜੀ ਨੇ ਅੱਗੇ ਵੀ ਗੁਰ ਸਾਖੀ ਜੋਤ ਪ੍ਰਗਟ ਹੋਏ। ਉਹ ਜਿਹੜੀ ਜੋਤ ਹੈ ਨਾ ਉਹ ਗੁਰੂ ਦੀ ਸਿੱਖਿਆ ਦੇ ਰਾਹੀਂ ਪ੍ਰਗਟ ਹੁੰਦੀ। ਤੇ ਹੁਣ ਗੁਰੂ ਦੀ ਸਿੱਖਿਆ ਕੌਣ ਸੁਣ ਸਕਦਾ? ਕੁੱਤਾ ਸੁਣੇਗਾ, ਬਿੱਲਾ ਸੁਣੇਗਾ, ਘੋੜਾ ਹਾਥੀ ਸੁਣੇਗਾ, ਗਾਵਾਂ ਸੁਣਨਗੀਆਂ, ਕੌਣ ਸੁਣੂਗਾ ਗੁਰੂ ਦੀ ਸਿੱਖਿਆ? ਗੁਰੂ ਦੀ ਸਿੱਖਿਆ ਜਿਹੜੀ ਹੈ ਉਹ ਕੇਵਲ ਤੇ ਕੇਵਲ ਮਨੁੱਖ ਜਾਤੀ ਸੁਣ ਸਕਦੀ ਹੈ। ਇਸ ਲਈ ਇਹ ਜੋਤ ਮਨੁੱਖ ਦੇ ਅੰਦਰ ਹੈ ਤੇ ਮਨੁੱਖ ਦੇ ਅੰਦਰ ਹੀ ਇਹ ਪ੍ਰਗਟ ਹੋਣੀ। ਤੇ ਜੇ ਜੋਤ ਜਾਣ ਕੇ ਸਾਰਿਆਂ ਦੇ ਨਾਲ ਪਿਆਰ ਕਰਨਾ, ਆ ਸੰਸਾਰ ਪਰਮਾਤਮਾ ਦੇ ਰਹਿਣ ਦਾ ਘਰ ਹੈ, ਸਭ ਨਾਲ ਇੱਕੋ ਜਿਹਾ ਵਰਤਾਅ ਕਰਨਾ, ਨਾ ਕਿਸੇ ਨਾਲ ਨੇੜਤਾ ਨਾ ਕਿਸੇ ਨਾਲ ਦੂਰਤਾ। ਆਪਾਂ ਨੂੰ ਸਤਿਗੁਰਾਂ ਜੀ ਨੇ ਸਮਝਾਤਾ ਵੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ
ਬੰਦੇ। ਕੀ ਕਿਹਾ ਜੀ? ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਹੁਣ ਇੱਕ ਨੂੰ ਨੇੜੇ ਲਾਉਣਾ, ਇੱਕ ਦੇ ਨਾਲ ਨਫ਼ਰਤ ਕਰਨੀ, ਫਿਰ ਆਪਾਂ ਰੱਬ ਦੀ ਖੁਸ਼ੀ ਕਿਵੇਂ ਲਵਾਂਗੇ ਬਈ? ਇੱਕ ਨਾਲ ਤਾਂ ਨਫ਼ਰਤ ਹੈ ਤੇ ਇੱਕ ਦੇ ਨਾਲ ਬਹੁਤ ਸਾਡੀ ਨੇੜਤਾ ਹੈ। ਹਾਲਾਂਕਿ ਉਹ ਮਾੜਾ ਹੈ, ਪਰ ਕਹਿੰਦੇ ਆਪਣੇ ਚ ਆਪਣਾ ਤਾਂ ਚੰਗਾ ਹੀ ਹੈ, ਦੂਸਰਾ ਚੰਗਾ ਵੀ ਮਾੜਾ। ਐ ਨਹੀਂ ਪ੍ਰਮਾਤਮਾ ਦੀ ਖੁਸ਼ੀ ਮਿਲਣੀ। ਉਹ ਕਹਿੰਦੇ ਵੀ ਤੈਂ ਕਿਸੇ ਕੋਲੋਂ ਕੁਝ ਨਹੀਂ ਲੈਣਾ, ਕਿਸੇ ਦੇ ਕਰਮਾਂ ਤੋਂ ਤੂੰ ਕੁਝ ਨਹੀਂ ਲੈਣਾ। ਤੈਂ ਤਾਂ ਇਹ ਜਾਣ ਕੇ ਵੀ ਰੱਬ ਦੀ ਜੋਤ ਹੈ ਇਹਦੇ ਵਿੱਚ। ਮੈਂ ਸਰੀਰ ਕਰਕੇ ਚੋਰ ਹੋ ਸਕਦਾ, ਪਰ ਜੇ ਮੈਂ ਚੋਰੀ ਕਰਦਾ, ਮੈਂ ਕੁਕਰਮ ਕਰਦਾ, ਤਾਂ ਰੱਬ ਤਾਂ ਨਹੀਂ ਚੋਰ ਹੈਗਾ, ਰੱਬ ਤਾਂ ਨਹੀਂ ਕੁਕਰਮੀ। ਮੇਰੇ ਕਰਮਾਂ ਕਰਕੇ ਮੈਂ ਚੋਰ ਹਾਂ, ਮੈਂ ਕੁਕਰਮੀ ਹਾਂ, ਪਰ ਜਿਹੜਾ ਅੰਦਰ ਵਸਦਾ ਉਹ ਨਾ ਚੋਰ ਹੈ ਨਾ ਕੁਕਰਮੀ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਤਾਂ ਉਹਦੇ ਨਾਲ ਜੁੜਨਾ, ਅਸੀਂ ਕਿਸੇ ਦੇ ਕਰਮਾਂ ਤੋਂ ਕੀ ਲੈਣਾ? ਕੌਣ ਭਲੇ ਕੋ ਮੰਦੇ। ਹੁਣ ਮੰਦੇ ਨੂੰ ਪਿੱਛੇ ਛੱਡਦਾ, ਚੰਗੇ ਦੇ ਪਿੱਛੇ ਤੁਰਿਆ ਫਿਰਦਾ। ਪਾਤਸ਼ਾਹ ਜੀ ਕਹਿੰਦੇ ਵੀ ਨਾ, ਰੱਬ ਦੇ ਬੰਦੇ ਆ, ਵੀ ਤੈਂ ਇਨਸਾਨ ਦੇ ਨਾਤੇ ਸਭ ਦਾ ਸਤਿਕਾਰ ਕਰਨਾ, ਸਭ ਨਾਲ ਪਿਆਰ ਕਰਨਾ, ਔਗਣਾ ਤੋਂ ਨਫ਼ਰਤ ਕਰਨੀ ਹੈ, ਨਾ ਕਿ ਬੰਦੇ ਤੋਂ ਨਫ਼ਰਤ ਕਰਨੀ ਹੈ। ਔਗਣਾ ਤੋਂ ਗੁਣਾ ਦੀ ਸਾਂਝ ਕਰਨੀ। ਸੋ ਇਹ ਪਿਆਰ ਜਿਹੜਾ ਪਰਮਾਤਮਾ ਦੇ ਨਾਲ, ਉਹ ਕੋਈ ਵੱਖਰੇ ਤੌਰ ਤੇ ਨਹੀਂ ਹੈ। ਸੰਸਾਰ ਦੇ ਨਾਲ ਪਿਆਰ ਕਰਨਾ ਹੀ ਨਿਰੰਕਾਰ ਦੇ ਨਾਲ ਪਿਆਰ ਕਰਨਾ, ਸੰਸਾਰ ਦੇ ਨਾਲ ਹੀ, ਕਿਉਂਕਿ ਉਹਦੀ ਜੋਤ ਹੈ, ਇਹ ਉਸੇ ਦਾ ਹੀ ਰੂਪ ਹੈ, ਇਸੇ ਦੇ ਵਿੱਚੋਂ ਨਿਰਾਕਾਰ ਹੋ ਕੇ ਵਸ ਰਿਹਾ। ਸੋ ਇਹ ਸੋਝੀ ਕਿੱਥੋਂ ਹੋਈ? ਭੇਟਤ ਸਾਧ ਸੰਗਾਤ। ਜਦੋਂ ਸਤਿਗੁਰਾਂ ਜੀ ਦੀ ਸੰਗਤ ਦੇ ਵਿੱਚ ਆਏ ਤੇ ਫਿਰ ਪਰਮਾਤਮਾ ਦੇ ਨਾਲ ਪ੍ਰੀਤ ਬਣ ਗਈ। ਆਏ ਨਾ ਭਾਈ ਕਨ੍ਹਈਆ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੰਗਤ ਦੇ ਵਿੱਚ। ਵੈਸੇ ਸੇਵਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਤੋਂ ਚੱਲ ਰਹੀ ਹੈ, ਪਰ ਸੇਵਾ ਕਰਦਿਆਂ ਕਰਦਿਆਂ ਉਹਨਾਂ ਦਾ ਪ੍ਰੇਮ ਬਣ ਗਿਆ। ਹੁਣ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਵੀ ਆਹ ਲੋਕਾਂ ਨੇ ਤੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਹੈ, ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਫੜਨ ਨੂੰ ਫਿਰਦੇ ਨੇ, ਮਾਰਨ ਨੂੰ ਫਿਰਦੇ ਨੇ, ਇਹ ਦੁਸ਼ਮਣ ਨੇ, ਇਹ ਹਿੰਦੂ ਨੇ ਕਿ ਤੁਰਕ ਨੇ। ਉਹ ਸਾਰਿਆਂ ਨਾਲ ਪ੍ਰੇਮ ਕਰਦਾ, ਸਭ ਨੂੰ ਪਾਣੀ ਪਿਆਈ ਜਾਂਦਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸ਼ਿਕਾਇਤ ਹੋਈ, ਕਹਿਣ ਲੱਗੇ ਪਾਤਸ਼ਾਹ ਜਿਹੜੀ ਤੁਸੀਂ ਸਿੱਖਿਆ ਦਿੱਤੀ ਮੈਂ ਤਾਂ ਉਹਦੇ ਤੇ ਚੱਲ ਰਿਹਾ। ਤੁਸੀਂ ਕਿਹਾ ਨਾ ਵੀ ਜਾਬਤੇ ਸਾਧ ਸੰਗਤ ਮੋਹਿ ਪਾਈ, ਜਦੋਂ ਤੋਂ ਤੁਹਾਡੀ ਸੰਗਤ ਪ੍ਰਾਪਤ ਹੋਈ ਹੈ ਤੇ ਮੈਂ ਤਾਂ ਹੁਣ ਉਸੇ ਤੇ ਚੱਲ ਰਿਹਾ। ਮੈਨੂੰ ਕੋਈ ਦੁਸ਼ਮਣ, ਮੈਨੂੰ ਕੋਈ ਮਿੱਤਰ ਨਜ਼ਰੇ ਨਹੀਂ ਆਉਂਦਾ। ਆਪਣੇ ਨਜ਼ਰ ਆਉਂਦੇ ਸਾਰੇ, ਮੈਨੂੰ ਪਤਾ ਨਹੀਂ ਲੱਗਦਾ ਵੀ ਕਿਹੜਾ ਦੁਸ਼ਮਣ ਹੈ, ਮੈਨੂੰ ਸਾਰਿਆਂ 'ਚ ਤੂੰ ਨਜ਼ਰ ਆਉਂਦਾ। ਆ ਰੈੱਡ ਕਰਾਸ ਕਹਿੰਦੇ ਵੀ ਸਾਡਾ ਜਿਹੜਾ ਕਰਤਾ ਉਹ ਭਾਈ ਕਨ੍ਹਈਆ। ਕਿਉਂ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਉਹਨੂੰ ਦਵਾਈ ਫੜਾਤੀ। ਕਹਿੰਦੇ ਭਾਈ ਉਹ ਜਿਹੜੇ ਮੋਰਚਿਆਂ 'ਚ ਬੈਠੇ ਆ ਨਾ, ਉਹ ਕਈ ਵਾਰੀ ਜ਼ਖਮੀ ਹੋਏ ਹੁੰਨੇ ਆ, ਤੇ ਨਾਲ ਮੱਲਮ ਵੀ ਲਾ ਦਿਆ ਕਰ। ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬਗਾਨਾ, ਸਾਗਲ ਸੰਗ ਹਮ ਸਿਓ ਬਣਾਈ। ਆ ਪ੍ਰਾਪਤੀ ਹੋਈ ਸਤਿਗੁਰਾਂ ਜੀ ਦੀ ਸੰਗਤ ਦੇ ਵਿੱਚੋਂ। ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਓ, ਭੇਟਤ ਸਾਧ ਸੰਗਾਤ। ਸਤਿਗੁਰਾਂ ਜੀ ਦੀ ਕਿਰਪਾ ਦੇ ਨਾਲ ਹੀ ਪ੍ਰਮਾਤਮਾ ਦੇ ਨਾਲ ਪ੍ਰੇਮ ਪੈਂਦਾ ਗੁਰਮੁਖੋ। ਹੋਰ ਕੋਈ ਤਰੀਕਾ ਨਹੀਂ ਹੈ, ਹੋਰ ਕੋਈ ਸਾਧਨ ਨਹੀਂ ਹੈ, ਇੱਕੋ ਹੀ ਸਾਧਨ ਹੈ। ਹਾਂਜੀ। ਮਹੱਲਾ ਪੰਜਵਾ। ਰਾਮ ਰਮਹੁ ਬੜ ਭਾਗੇ ਹੋ, ਜਲ ਥਲ ਮਹਿਲ ਸੋਏ। ਗੁਰਬਾਣੀ ਨੂੰ ਥੋੜਾ ਗੌਰ ਦੇ ਨਾਲ ਵੇਖਣਾ ਕਿ ਇੱਕ ਲੜੀ ਹੈ, ਸ਼ਬਦ ਇੱਕ ਦੂਸਰੇ ਦੇ ਨਾਲ ਮਿਲਿਆ ਹੋਇਆ, ਜੁੜਿਆ ਹੋਇਆ। ਸ਼ਲੋਕ ਦੇ ਨਾਲ ਹੀ ਮਹੱਲਾ ਪੰਜਵਾਂ ਸ਼ੁਰੂ ਹੁੰਦਾ ਹੈ, ਪਰ ਉਹ ਮਹੱਲਾ ਪੰਜਵਾਂ ਜਿਹੜਾ ਉਹ ਪਹਿਲੀ ਪੰਕਤੀ ਦੇ ਨਾਲ ਜੁੜਿਆ ਹੋਇਆ ਹੈ। ਪਹਿਲੀ ਪੰਕਤੀ ਹੈ, ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ, ਭੇਟਤ ਸਾਧ ਸੰਗਾਤ। ਜਿਹੜੇ ਸਤ ਸੰਗਤ ਦੇ ਵਿੱਚ ਮਿਲੇ।
ਹੁਣ ਜਿਹੜੇ ਸਤ ਸੰਗਤ ਦੇ ਵਿੱਚ ਮਿਲੇ, ਜਿਹੜੇ ਆ ਕੇ ਸਤਿਗੁਰਾਂ ਜੀ ਦੇ ਕੋਲ ਬੈਠੇ, ਉਹਨਾਂ ਨੂੰ ਕਹਿ ਰਹੇ ਨੇ ਸਤਿਗੁਰੂ ਜੀ ਕਿ RAM ਰਮਹੋ ਬੜ ਭਾਗੀ ਹੋ। ਕਹਿੰਦੇ ਭਾਈ ਤੁਸੀਂ ਵੱਡੇ ਭਾਗਾਂ ਵਾਲੇ ਹੋ। ਵੱਡੇ ਭਾਗ ਕੀ ਹੈ? ਦੁਰਲਭ ਦੇ ਪਾਈ ਵਡ ਭਾਗੀ, ਨਾਮ ਨਾ ਜਪੈ ਤੇ ਆਤਮ ਘਾਤੀ। ਇਹ ਜਿਹੜਾ ਦੁਰਲਭ ਸਰੀਰ ਮਿਲਿਆ, ਇਹ ਵੱਡੇ ਭਾਗਾਂ ਕਰਕੇ ਮਿਲਿਆ। ਇੱਥੇ ਤਾਂ ਰੋਣਾ ਰੋਈ ਜਾਂਦੇ, ਮੇਰੇ ਮਾੜੇ ਕਰਮ ਨੇ ਨਾ, ਸਮਝ ਨਹੀਂ ਹੈ। ਪਾਤਸ਼ਾਹ ਜੀ ਕਹਿੰਦੇ ਵੀ ਜਿਹਨੂੰ ਮਨੁੱਖਾ ਸਰੀਰ ਮਿਲਿਆ ਹੈ, ਉਹਦੇ ਤਾਂ ਵੱਡੇ ਭਾਗ ਨੇ। ਓਏ ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਦੇਵਤੇ ਚਾਹੁੰਦੇ ਆ ਵੀ ਕਿਤੇ ਸਰੀਰ ਮਿਲ ਜੇ ਸਾਨੂੰ, ਇਹ ਤੇ ਤੈਨੂੰ ਮਿਲ ਗਿਆ ਤੇ ਤੂੰ ਦੇਵਤਿਆਂ ਨੂੰ ਪੂਜੀ ਜਾ, ਪਰ ਤੂੰ ਤਾਂ ਦੇਵਤਿਆਂ ਤੋਂ ਅੱਗੇ ਲੰਘ ਗਿਆ, ਕਿਉਂਕਿ ਤੈਨੂੰ ਉਹ ਸਰੀਰ ਮਿਲ ਗਿਆ ਜਿਹਨੂੰ ਹਲੇ ਉਹ ਚਾਹੁੰਦੇ ਨੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੂੰ ਤਾਂ ਅੱਗੇ ਲੰਘ ਗਿਆ ਉਹਨਾਂ ਤੋਂ। ਉਹ ਚਾਹੁੰਦੇ ਨੇ ਵੀ ਸਾਨੂੰ ਇਹ ਸਰੀਰ ਮਿਲੇ ਤੇ ਤੈਨੂੰ ਮਿਲ ਗਿਆ, ਤੂੰ ਅੱਗੇ ਲੰਘ ਗਿਆ ਉਹਨਾਂ ਨਾਲੋਂ। ਪਰ ਤੂੰ ਹੁਣ ਵੀ ਕਹੀ ਜਾਵੇਂ ਜੀ ਮੇਰੇ ਮਾੜੇ ਭਾਗ ਨੇ, ਜੀ ਮਾੜੇ ਭਾਗ ਨੇ, ਫਿਰ ਚੰਗੇ ਨਹੀਂ ਹੁੰਦੇ। ਹੁਣ ਨਹੀਂ ਹੋਣੇ। RAM ਰਮਹੋ ਬੜ ਭਾਗੀ ਹੋ। ਸਤਿਗੁਰੂ ਜੀ ਕਹਿੰਦੇ ਵੀ ਤੁਹਾਡੇ ਬਹੁਤ ਵੱਡੇ ਭਾਗ ਨੇ, ਵੀ ਇੱਕ ਤਾਂ ਤੁਹਾਨੂੰ ਮਨੁੱਖਾ ਸਰੀਰ ਮਿਲ ਗਿਆ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਤੇ ਹੋਰ ਕਿਰਪਾ ਹੋਗੀ ਕਿ ਫਿਰ ਤੁਹਾਨੂੰ ਇਹ ਸਾਧ ਸੰਗਤ ਦੀ ਪ੍ਰਾਪਤੀ ਹੋਗੀ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਝੋਟਾ ਖਾਵੈ। ਇਹ ਵੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਤੇ ਇਸ ਤੋਂ ਵੱਡੇ ਭਾਗ ਗੁਰੂ ਮਿਲ ਗਿਆ, ਬਾਕੀ ਕੀ ਰਹਿ ਗਿਆ? ਇਸ ਕਰਕੇ ਪਾਤਸ਼ਾਹ ਜੀ ਕਹਿੰਦੇ RAM ਰਮਹੋ ਬੜ ਭਾਗੀ ਹੋ। ਐ ਸਤ ਸੰਗੀ ਜਨੋ, ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਹੋ ਕਿ ਇਹਨਾਂ ਨੂੰ ਮਨੁੱਖਾ ਸਰੀਰ ਮਿਲ ਗਿਆ, ਸਾਧ ਸੰਗਤ ਦੀ ਪ੍ਰਾਪਤੀ ਹੋ ਗਈ, ਗੁਰੂ ਮਿਲ ਗਿਆ। ਪਰ ਹੁਣ ਤਾਂ ਇੱਕੋ ਸਟੈਪ ਬਾਕੀ ਹੈ ਰੱਬ ਨੂੰ ਮਿਲਣਾ। ਉਹ ਜਦੋਂ ਗੁਰੂ ਜੀ ਦੇ ਕੋਲ ਆ ਗਏ ਤੇ ਗੁਰੂ ਨੇ ਮਿਲਾਈ ਦੇਣਾ, ਮਿਲਾਈ ਦੇਣਾ ਜਦੋਂ ਆ ਗਏ ਗੁਰੂ ਦੇ ਕੋਲ। ਕਿਉਂਕਿ ਸਾਧ ਸੰਗਤ ਯਾਰ ਗੁਰ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਭਗਤ ਕਬੀਰ ਸਾਹਿਬ ਜੀ ਨੂੰ ਪੁੱਛੋ ਕਿ ਮਨ ਕਿਵੇਂ ਕਾਬੂ ਚ ਆਉਂਦਾ? ਕਿ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਮਨ ਕਾਬੂ ਕਰ ਲਓਗੇ ਤੁਸੀਂ? ਨਹੀਂ ਨਹੀਂ। ਦਾਸ ਦਿਸ ਖੋਜਤ ਮੈਂ ਫਿਰਿਓ, ਜਤ ਦੇਖੋ ਤਤ ਸੋਏ, ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਮਨ ਨੂੰ ਵਾਚ ਕਰ ਲੋ, ਕੋਈ ਨਹੀਂ ਕਰ ਸਕਦੇ। ਦੁਨੀਆ ਨੇ ਜੋ ਕੁਝ ਬਣਾਇਆ, ਦੁਨੀਆ ਦੇ ਕੋਲ ਉਹਦੀ ਸਪੀਡ ਹੈਗੀ ਹੈ, ਪਰ ਅੱਜ ਤੱਕ ਕੋਈ ਐਸਾ ਮੀਟਰ ਨਹੀਂ ਬਣਿਆ ਜਿਹੜਾ ਦੱਸੇ ਵੀ ਮਨ ਦੀ ਸਪੀਡ ਕਿੰਨੀ ਹੈ। ਇੰਨੀ ਸਪੀਡ ਹੈ ਇਹਦੀ, ਇੱਕ ਛਿਨ ਦੇ ਵਿੱਚ ਪਤਾ ਨਹੀਂ ਕਿੰਨੀ ਦੂਰ ਚਲਿਆ ਜਾਂਦਾ। ਉੱਥੇ ਚਲਿਆ ਜਾਂਦਾ ਜਿਹਦੇ ਬਾਰੇ ਆਪਾਂ ਸੋਚ ਵੀ ਨਹੀਂ ਸਕਦੇ। ਫਿਰ ਇਹ 10 ਦਿਸ਼ਾਵਾਂ ਦੇ ਵਿੱਚ ਜਾਂਦਾ। 4 ਦਿਸ਼ਾਵਾਂ, 4 ਕੋਣ, ਆਕਾਸ਼ ਤੇ ਪਾਤਾਲ, 10 ਦਿਸ਼ਾਵਾਂ ਬਣਦੀਆਂ। ਇਹ 10 ਪਾਸੇ ਜਾਂਦਾ, ਪਤਾ ਨਹੀਂ ਕਿੱਧਰ ਨੂੰ ਨਿਕਲ ਜਾਵੇ। ਤੇ ਭਾਈ ਦੱਸੋ ਵੀ ਇਸ ਮਨ ਨੂੰ ਆਪਾਂ ਕਿਵੇਂ ਕਾਬੂ ਕਰ ਲਾਂਗੇ? ਕਰ ਹੀ ਨਹੀਂ ਨਾ ਸਕਦੇ। ਕਿ ਮਨ ਵਸੇ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਭਗਤ ਕਬੀਰ ਸਾਹਿਬ ਜੀ ਨੂੰ ਪੁੱਛੋ, ਕਹਿੰਦੇ ਵੀ ਤੁਸੀਂ ਕਿਵੇਂ ਕਾਬੂ ਕੀਤਾ ਮਨ? ਪਕੜਿਓ ਗੜ ਕੋ ਰਾਜਾ। ਸਰੀਰ ਰੂਪੀ ਕਿਲਾ ਤੇ ਇਹਦੇ ਵਿੱਚ ਰਹਿਣ ਵਾਲਾ ਰਾਜਾ, ਇਹਦਾ ਮਾਲਕ ਹੈ ਮਨ। ਉਹ ਕਹਿੰਦੇ ਕਿਵੇਂ ਕਾਬੂ ਕਰਿਆ? ਕਹਿੰਦੇ ਸਾਧ ਸੰਗਤ ਆਰ ਗੁਰ ਕਿਰਪਾ ਤੇ। ਸਾਧ ਸੰਗਤ ਤੇ ਗੁਰੂ ਦੀ ਕਿਰਪਾ ਦੇ ਨਾਲ ਮਨ ਨੂੰ ਕਾਬੂ ਕੀਤਾ ਗੁਰਮੁਖੋ। ਹੁਣ ਜਦੋਂ ਸਾਧ ਸੰਗਤ ਦੇ ਵਿੱਚ ਆ ਗਏ ਤੇ ਹੁਣ ਗੁਰੂ ਦੀ ਕਿਰਪਾ ਹੋ ਜਾਣੀ। ਗੁਰ ਪਰਮਾਤਮਾ ਦੀ ਪ੍ਰਾਪਤੀ ਤਾਂ ਛੇਤੀ। ਮਨ ਨੂੰ ਕਾਬੂ ਕਰਨਾ ਹੀ ਰੱਬ ਨੂੰ ਪਾਉਣਾ, ਹੋਰ ਕੀ ਹੈ। ਮਨ ਟਿਕ ਗਿਆ ਤੇ ਪਰਮਾਤਮਾ ਮਿਲ ਗਿਆ। ਤੋ ਸਾਹਿਬ ਜੀ ਕਹਿੰਦੇ ਭਾਈ ਬਹੁਤ ਵੱਡੇ ਭਾਗ ਨੇ ਆਪਣੇ, ਹੁਣ ਨਾ ਕੰਮ ਕਰੋ ਜਿਹੜਾ ਕਰਨ ਵਾਲਾ ਹੈ। ਕਿਹੜਾ ਕੰਮ? ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਹ ਸਰੀਰ ਕਾਹਦੇ ਵਾਸਤੇ ਮਿਲਿਆ?
ਇਹ ਸੇਵਾ ਤੇ ਸਿਮਰਨ ਕਰਨ ਦੀ ਖਾਤਰ ਆਪਾਂ ਨੂੰ ਮਿਲਿਆ। ਸਾਧ ਸੰਗਤ ਦੀ ਸੇਵਾ ਤੇ ਪ੍ਰਮਾਤਮਾ ਦਾ ਸਿਮਰਨ। ਲੁਕਾਈ ਦੀ ਸੇਵਾ ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹਿ ਵੈਸਣ ਪਾਈਐ, ਕਹੋ ਨਾਨਕ ਬਾਂਹ ਲੁਡਾਈਐ। ਸੰਸਾਰ ਦੇ ਵਿੱਚ ਰਹਿੰਦੇ ਹੋਇਆਂ ਸੇਵਾ ਕਰਨੀ ਹੈ। ਜਿਨ ਸੇਵਿਆ ਤਿਨ ਪਾਇਆ ਮਾਣ, ਫਿਰ ਮਾਣ ਮਿਲੇਗਾ। ਨਾ ਤੇ ਮੈਂ ਸੇਵਾ ਕਰਨੀ, ਨਾ ਕਿਸੇ ਦੀ ਸੇਵਾ ਕਰਨੀ। ਮੈਂ ਵੀ ਨਹੀਂ ਸੇਵਾ ਕਰ ਸਕਦੀ ਨਾ। ਪਾਤਸ਼ਾਹ ਜੀ ਕਹਿੰਦੇ ਵਿੱਚ ਹਉਮੈ ਸੇਵ ਨਾ ਹੋਈ ਤਾਂ ਮਨ ਬਿਰਥਾ ਜਾਏ। ਜਦ ਤੱਕ ਹਉਮੈ ਹੈ, ਜਦੋਂ ਤੱਕ ਮਾਣ ਹੈ, ਸੇਵਾ ਹੋ ਹੀ ਨਹੀਂ ਸਕਦੀ। ਮਨ ਖਾਲੀ ਚਲਿਆ ਜਾਂਦਾ ਹੈ। ਮੈਂ ਨਹੀਂ ਸੇਵਾ ਕਰ ਸਕਦੀ, ਮੈਂ ਸੇਵਾ ਨਹੀਂ ਕਰਨੀ ਤੇ ਨਾ ਹੀ ਕਿਸੇ ਦੀ ਕਰਨੀ। ਵਾਹਿਗੁਰੂ ਪਰਮੇਸ਼ਰ ਜੀ ਦਾ ਹੁਕਮ ਮੰਨ ਕੇ ਆਪਣੇ ਫਰਜ਼ ਨੂੰ ਨਿਭਾਉਣਾ। ਫਰਜ਼ ਨੂੰ ਨਿਭਾਉਣਾ। ਫਰਜ਼ ਕੀ ਹੁੰਦਾ ਹੈ? ਡਿਊਟੀ। ਕਿ ਭਾਈ ਜਿਹੜਾ ਮੁਲਾਜ਼ਮ ਹੈ ਉਹਦੀ ਡਿਊਟੀ ਹੈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ। ਉਹਨੂੰ ਸਰਕਾਰ ਨੇ ਤਨਖਾਹ ਦੇਣੀ ਹੈ ਤੇ ਹੁਣ ਉਹ ਕਹੇ ਵੀ ਮੈਂ 8 ਘੰਟੇ ਕੰਮ ਕਰਦਾ ਹੈ, ਤਾਂ ਉਹ ਕੋਈ ਸਰਕਾਰ ਤੇ ਅਹਿਸਾਨ ਨਹੀਂ ਕਰ ਰਿਹਾ ਇੰਪਲਾਈਜ਼। ਉਹਦਾ ਇਹ ਫਰਜ਼ ਹੈ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਹੇ ਜੀ ਮੇਰਾ ਸਿਰ ਦੁਖਦਾ ਸੀ, ਬੁਖਾਰ ਚੜਿਆ, ਮੈਂ ਤਾਂ ਵੀ ਡਿਊਟੀ ਕਰਦਾ। ਇਹ ਆਸਾਨ ਨਹੀਂ ਹੈ। ਸਰਕਾਰ ਤੁਹਾਨੂੰ ਰੱਖਿਆ ਕਾਹਦੇ ਵਾਸਤੇ ਹੈ? ਇਹ ਡਿਊਟੀ ਹੈ, ਇਹ ਆਸਾਨ ਨਹੀਂ ਹੈ। ਇਸ ਕਰਕੇ ਇਹ ਵਾਹਿਗੁਰੂ ਪਰਮੇਸ਼ਰ ਜੀ ਦਾ ਹੁਕਮ ਆਪਣਾ ਫਰਜ਼ ਸਮਝਦਿਆਂ ਹੋਇਆਂ ਇਹਨੂੰ ਕਰਨਾ ਕਿ ਮੇਰੇ ਮਾਲਕ ਦਾ ਹੁਕਮ ਹੈ ਸੇਵਾ ਕਰਨ ਦਾ, ਸਿਮਰਨ ਕਰਨ ਦਾ। ਮੇਰੇ ਮਾਲਕ ਦਾ ਹੁਕਮ ਹੈ, ਕੋਈ ਆਸਾਨ ਨਹੀਂ ਹੈ। ਤੋ ਸਾਹਿਬ ਜੀ ਕਹਿੰਦੇ ਨੇ ਆਪਾ ਭਾਵ ਮਿਟਾ ਕੇ ਸੇਵਾ ਕਰੋ, ਸਿਮਰਨ ਕਰੋ, ਮਾਲਕ ਦੀ ਖੁਸ਼ੀ ਮਿਲੇਗੀ। ਰਾਮ ਰਮਹੁ ਵਡ ਭਾਗੀ ਹੋ, ਐ ਵੱਡੇ ਭਾਗਾਂ ਵਾਲਿਓ, ਸਿਮਰਨ ਕਰੋ ਉਸ ਵਾਹਿਗੁਰੂ ਦਾ ਕਿਹਦਾ ਜਾਲ ਥਾਲ ਮਹੀਲ ਸੋਏ। ਜਿਹੜਾ ਪਾਣੀ ਦੇ ਵਿੱਚ ਵੀ ਹੈ, ਮਹੀਆਲ ਮਹੀ ਤਾਲ, ਧਰਤੀ ਤੋਂ ਲੈ ਕੇ ਆਕਾਸ਼ ਤੱਕ, ਬਿਨ ਨਾਮ ਹੈ ਨਾਹੀ ਕੋ ਥਾਉ, ਜਿਸ ਦੇ ਨਾਂ ਤੋਂ ਬਿਨਾਂ ਥਾਂ ਹੀ ਕੋਈ ਨਹੀਂ। ਸਾਰੀਆਂ ਥਾਵਾਂ ਤੇ ਮੌਜੂਦ ਹੈ। ਪਾਣੀ ਵਿੱਚ ਵੀ ਹੈ, ਧਰਤੀ ਤੇ ਵੀ ਹੈ, ਧਰਤੀ ਤੋਂ ਲੈ ਕੇ ਆਕਾਸ਼ ਤੱਕ। ਹੁਣ ਆਕਾਸ਼ ਦਾ ਤਾਂ ਹਿਸਾਬ ਹੀ ਕੋਈ ਨਹੀਂ ਹੈ ਵੀ ਕਿੱਥੇ ਹੈ। ਕਹਿੰਦੇ ਆ ਵੀ 7 ਆਕਾਸ਼ ਹੈ, ਪਰ ਹਾਲੇ ਤੱਕ ਤਾਂ ਇਹ ਜਿਹੜਾ ਆਕਾਸ਼ ਹੈ ਦਿਖਾਈ ਦੇ ਰਿਹਾ, ਆਪਾਂ ਇਹਨੂੰ ਨਹੀਂ ਟੱਚ ਕਰ ਸਕਦੇ। ਦੂਏ ਦੀ ਗੱਲ ਤਾਂ ਆਪਾਂ ਕਿੱਥੋਂ ਕਰਨੀ ਹੈ? ਇਹਨੂੰ ਕੋਈ ਛੂ ਨਹੀਂ ਸਕਿਆ ਹਾਲੇ ਤੱਕ। ਦੀਂਦਾ ਹੈ ਪਰ ਇਹਨੂੰ ਟੱਚ ਨਹੀਂ ਕੋਈ ਕਰ ਸਕਦਾ। ਜਿੰਨਾ ਮਰਜ਼ੀ ਉੱਪਰ ਜਾਈ ਜਾਓ, ਛੂਹੋਗੇ ਨਹੀਂ। ਦੂਸਰੇ ਦੀ ਗੱਲ ਬਾਅਦ ਚ। ਤੋ ਸਾਹਿਬ ਜੀ ਕਹਿੰਦੇ ਹਨ ਵੀ ਵਾਹਿਗੁਰੂ ਪਰਮੇਸ਼ਰ ਜੀ ਦਾ ਕੰਮ ਬਹੁਤ ਵੱਡਾ ਹੈ, ਬਹੁਤ ਖੁੱਲ੍ਹਾ ਹੈ। ਜਿਵੇਂ ਉੱਪਰ ਦੇ ਦਾ ਕੋਈ ਹਿਸਾਬ ਕਿਤਾਬ ਨਹੀਂ ਨਾ ਹੈ, ਇਸ ਤਰ੍ਹਾਂ ਪਰਮਾਤਮਾ ਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਹੈ। ਦਿਖਾਈ ਦੇ ਰਿਹਾ ਪਰ ਛੂਹ ਨਹੀਂ ਸਕਦੇ ਉਹਨੂੰ। ਸਭ ਚ ਦਿਖਾਈ ਦੇ ਰਿਹਾ ਤਾਂ ਵੀ ਸਮਝ ਨਹੀਂ ਆਉਂਦੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ ਤਾਂ ਸਹੀ, ਇਹ ਤੈਨੂੰ ਵੀ ਪਰਮਾਤਮਾ ਨਹੀਂ ਹੈ, ਪਰ ਲੱਗਾ ਜੋ ਕੋਈ ਗੱਲ ਤਾਂ ਉਹਨੂੰ ਜਾਣਨ ਦੇ ਨਾਲ ਹੈ ਨਾ। ਉਹ ਤਾਂ ਹੈਗਾ ਹੀ ਹੈ, ਪਰ ਆਪਣਾ ਭਲਾ ਹੋਊਗਾ ਉਹਨੂੰ ਜਾਣਨ ਦੇ ਨਾਲ, ਉਹਦੇ ਨਾਲ ਸਾਂਝ ਪਾਉਣ ਦੇ ਨਾਲ, ਉਹਦੇ ਨਾਲ ਜੁੜਨ ਦੇ ਨਾਲ। ਉਹ ਤੇ ਹੈਗਾ ਹੀ ਹੈ। ਤੇ ਪਹਿਲਾਂ ਵੀ ਸੀ ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਤਾਂ ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚ ਹੈ, ਹੋਵੇਗਾ ਵੀ ਸੱਚ, ਤੇ ਹੈ ਹੀ ਹੈ। ਪਰ ਆਪਣਾ ਭਲਾ ਹੋਣਾ ਜੇ ਆਪਾਂ ਨੂੰ ਜਾਣਾਂਗੇ। ਹੈ ਤਾਂ ਸਹੀ, ਲਖਾ ਜੋ ਕੋਈ ਜਲ ਥਲ ਮਹੀਲ ਸੋਏ। ਜਿਹੜਾ ਭਾਈ ਸਰਬ ਵਿਆਪਕ ਹੈ, ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਉਸ ਵਾਹਿਗੁਰੂ ਪਰਮੇਸ਼ਰ ਜੀ ਦਾ ਸਿਮਰਨ ਕਰਨਾ। ਗੁਰੂ ਨਾਨਕ ਸਾਹਿਬ ਜੀ ਨੇ 4 ਉਦਾਸੀਆਂ ਦੇ ਵਿੱਚ ਜਿੱਥੇ ਵੀ ਗਏ ਇਹੀ ਗੱਲ ਸਾਰਿਆਂ ਨੂੰ ਕਹੀ। ਉਹ ਕਹਿੰਦੇ ਆਕਾਰ ਤੋਂ ਪਰੇ ਜਾ ਕੇ ਨਾ ਨਿਰੰਕਾਰ ਦੇ ਨਾਲ ਜੁੜਨਾ ਕਰੋ। ਜੋ ਤੁਸੀਂ ਜਪਦੇ ਠੀਕ ਹੈ, ਪਰ ਉਹਨੂੰ ਸਰੀਰ ਕਰਕੇ ਨਹੀਂ ਮੰਨਣਾ। ਸਰੀਰ ਨਹੀਂ ਹੈ, ਪਰਮਾਤਮਾ ਅਜੂਨੀ ਹੈ, ਉਹ ਜਨਮ ਨਹੀਂ ਲੈਂਦਾ। ਇਸ ਕਰਕੇ ਉਹਦਾ ਸਿਮਰਨ ਕਰੋ ਜਿਹੜਾ ਭਾਈ ਜਲ ਥਲ ਮਹੀਲ ਸੋਏ। ਹਾਂਜੀ। ਨਾਨਕ ਨਾਮ ਅਰਾਧੈ, ਵਿਗਨ ਨ ਲਾਗੈ ਕੋਇ। ਸਤਿਗੁਰੂ ਜੀ ਕਹਿੰਦੇ ਵੀ ਜਦੋਂ ਨਾਮ ਦਾ ਆਰਾਧਨ ਕਰੋਗੇ, ਆਰਾਧਨ ਦਾ ਸੰਬੰਧ ਅੰਦਰ ਨਾਲ ਹੋ ਜਾਇਆ ਕਰਦਾ।
ਇੱਕ ਤਾਂ ਆਪਾਂ ਰਸਨਾ ਦੇ ਨਾਲ ਜਪਦੇ, ਜਿਹੜੀ ਸ਼ੁਰੂਆਤ ਹੈ। ਪਹਿਲਾਂ ਪਾਣੀ ਧਰਤੀ ਦੇ ਵਿੱਚ ਪਾਇਆ ਜਾਂਦਾ ਹੈ, ਬੋਰ 'ਚ ਪਾਇਆ ਜਾਂਦਾ ਹੈ। ਉਸ ਤੋਂ ਬਾਅਦ ਉਹ ਜਿਹੜਾ ਪਾਣੀ ਬਾਹਰਲਾ ਪਾਇਆ ਉਹ ਅੰਦਰਲੇ ਪਾਣੀ ਨੂੰ ਪ੍ਰਗਟ ਕਰ ਦਿੰਦਾ ਹੈ। ਬਾਹਰੋਂ ਪਾਇਆ ਉਹਨੇ ਅੰਦਰਲੇ ਨੂੰ ਹਵਾ ਜਿਹੜੀ ਵਿੱਚ ਸੀ ਕੱਢਤੀ ਤੇ ਪਾਣੀ ਨਾਲ ਪਾਣੀ ਮਿਲ ਕੇ ਹੁਣ ਥੱਲੇ ਵਾਲਾ ਪਾਣੀ ਬਾਹਰ ਆਉਣਾ ਸ਼ੁਰੂ ਹੋ ਗਿਆ। ਠੀਕ ਇਸੇ ਤਰ੍ਹਾਂ ਹੀ ਸਿਮਰਨ ਪਹਿਲਾਂ ਜਿਹੜਾ ਉਹ ਰਸਨਾ ਦੇ ਨਾਲ ਹੁੰਦਾ ਹੈ। ਜਦੋਂ ਇਹ ਸਿਮਰਨ ਅੰਦਰ ਚਲਿਆ ਜਾਂਦਾ ਹੈ, ਅੰਦਰ ਜਾਣ ਦਾ ਭਾਵ ਜਦੋਂ ਸਾਡਾ ਇਹਦੇ ਵਿੱਚ ਧਿਆਨ ਬਣ ਜਾਂਦਾ ਹੈ। ਕਿਉਂਕਿ ਪਹਿਲਾਂ ਤੇ ਅਸੀਂ ਕਹਿੰਦੇ ਆ ਪਰ ਸਾਡਾ ਧਿਆਨ ਨਹੀਂ ਹੁੰਦਾ। ਧਿਆਨ ਨਾ ਦਿਓ ਤੇ ਗੱਲ ਬਣਨੀ ਨਹੀਂ। ਧਿਆਨ ਕੀ ਹੈ ਵੀ ਜੋ ਰਸਨਾ ਰਾਹੀਂ ਕਹਿਣਾ ਹੈ ਉਹਨੂੰ ਕੰਨਾਂ ਦੇ ਨਾਲ ਸੁਣਨਾ ਹੈ। ਆਹ ਧਿਆਨ ਹੈ। ਹੁਣ ਆਪਾਂ ਰਸਨਾ ਨਾਲ ਕਹਿ ਰਹੇ ਹਾਂ ਪਰ ਉਹਨੂੰ ਕੰਨਾਂ ਦੇ ਨਾਲ ਸੁਣ ਨਹੀਂ ਰਹੇ ਹਾਂ। ਤੇ ਜਦੋਂ ਸੁਣਨ ਲੱਗੇ ਨਾ, ਜਦੋਂ ਸਾਡਾ ਕਹਿਣਾ ਤੇ ਸੁਣਨਾ ਇੱਕ ਹੋ ਗਿਆ ਤੇ ਸਮਝੋ ਧਿਆਨ ਬਣ ਗਿਆ। ਦੋ ਮਿਲ ਕਾਰਜ ਉਪਜੈ RAM ਨਾਮ ਸੰਜੋਗ, ਦੋਆਂ ਦੇ ਨਾਲ ਹੀ ਕੰਮ ਬਣਨਾ ਹੁੰਦਾ ਹੈ। ਰਸਨਾ ਤੇ ਕੰਨਾਂ ਨੂੰ ਦੋਵੇਂ ਇੱਕ ਕਰਨਾ। ਰਸਨਾ ਨਾਲ ਜਪਣਾ, ਕੰਨਾਂ ਦੇ ਨਾਲ ਸੁਣਨਾ, ਇਹ ਧਿਆਨ ਹੈ। ਹੁਣ ਜਦੋਂ ਧਿਆਨ ਬਣ ਗਿਆ ਫਿਰ ਰਸ ਬਣ ਜਾਏਗਾ। ਦੋ ਚੀਜ਼ਾਂ ਇਕੱਠੀਆਂ ਹੋਣੀਆਂ ਤੇ ਉੱਥੇ ਤੀਸਰੀ ਚੀਜ਼ ਦਾ ਜਨਮ ਆਪਣੇ ਆਪ ਹੁੰਦਾ ਹੈ। ਦੋ ਰੰਗ ਮਿਲਾ ਦਿਓ, ਤੀਸਰਾ ਰੰਗ ਆਪਣੇ ਆਪ ਹੀ ਬਣ ਜੂ। ਇਸੇ ਤਰ੍ਹਾਂ ਹੀ ਜਦੋਂ ਰਸਨਾ ਨਾਲ ਕਹਿਣਾ ਤੇ ਕੰਨਾਂ ਦੇ ਨਾਲ ਸੁਣਨਾ ਹੋ ਗਿਆ ਨਾ, ਉਦੋਂ ਫਿਰ ਤੀਸਰੀ ਚੀਜ਼ ਜਨਮ ਲੈਂਦੀ ਹੈ, ਜਿਹਨੂੰ ਆਪਾਂ ਕਹਿੰਦੇ ਆ ਨਾਮ ਦਾ ਰਸ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਜਦੋਂ ਧਿਆਨ ਪੱਕ ਜੇ ਨਾ ਫਿਰ ਕੀ ਹੁੰਦਾ ਹੈ? ਦੇਖੋ ਪਹਿਲਾਂ ਬੱਚਿਆਂ ਨੂੰ ਪਹਾੜੇ ਯਾਦ ਕਰਾਉਂਦਾ ਟੀਚਰ, ਕਿੰਨੀ ਵਾਰੀ ਉਹ ਪੜ੍ਹਦੇ ਰਹਿੰਦੇ ਆ। ਹੁਣ ਜਦੋਂ ਉਹਦਾ ਧਿਆਨ ਪੱਕ ਗਿਆ, ਫਿਰ ਜਦੋਂ ਉਹਨੇ ਕਿਹਾ ਵੀ ਹਾਂ ਵੀ ਦੱਸ ਵੀ 5 5 ਕਿੰਨੇ ਹੁੰਨੇ, ਉਹ ਕਹਿੰਦਾ ਜੀ 25। ਹੁਣ ਉਹ ਥੋੜੀ ਕਹਿੰਦਾ 1 5 5 2 5 10 3 5 15 ਥੋੜੀ ਕਹਿੰਦਾ 5 5 ਕਹਿੰਦਾ 25। ਹੁਣ ਉਹਨੂੰ ਨਾ ਅੱਗੋਂ ਪੜ੍ਹਨਾ ਪਿਆ ਨਾ ਪਿੱਛੋਂ, ਉਹਦਾ ਧਿਆਨ ਪੱਕ ਗਿਆ। ਤੇ ਹੁਣ ਉਹਨੇ ਪੁੱਛਿਆ ਤੇ ਨਾਲ ਦੀ ਨਾਲ ਕਹਿਤਾ ਧਿਆਨ ਪੱਕਿਆ। ਉਹ ਕਹਿੰਦਾ ਵੀ ਠੀਕ ਹੈ। ਇਸੇ ਤਰ੍ਹਾਂ ਹੀ ਜਦੋਂ ਇਹ ਫਾਰਮੂਲਾ ਸਮਝ ਵਿੱਚ ਆ ਜੇ ਨਾ, ਫਿਰ ਕੁਝ ਨਹੀਂ ਕਰਨਾ ਪੈਂਦਾ, ਫਿਰ ਸਾਰਾ ਕੁਝ ਆਪਣੇ ਆਪ ਹੀ ਹੋ ਜਾਂਦਾ। ਉਸ ਅਵਸਥਾ ਨੂੰ ਪਾਤਸ਼ਾਹ ਜੀ ਕਹਿੰਦੇ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਾਣ ਕੇ ਸਦ ਕਾਮ। ਉਹਦਾ ਫਿਰ ਇਹ ਸਾਦਾ ਲਈ ਕੰਮ ਬਣ ਜਾਂਦਾ ਵੀ ਉੱਠਦਿਆਂ ਬਹਿੰਦਿਆਂ ਸੁੱਤਿਆਂ ਪਿਆ ਵੀ। ਹੁਣ ਆਪਾਂ ਤਾਂ ਜਾਗਦੇ ਨਹੀਂ ਸਿਮਰਨ ਕਰ ਸਕਦੇ, ਪਰ ਉਹ ਸੁੱਤਾ ਪਿਆ ਵੀ ਸਿਮਰਨ ਕਰੀ ਜਾਂਦਾ। ਇੰਨਾ ਧਿਆਨ ਗਹਿਰਾ ਹੋ ਗਿਆ, ਇੰਨਾ ਪੱਕ ਗਿਆ ਕਿ ਹੁਣ ਉਹ ਸੁੱਤਾ ਪਿਆ ਵੀ ਸਿਮਰਨ ਦੇ ਵਿੱਚ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁੱਤਾ ਪਿਆ ਵੀ ਸਿਮਰਨ ਕਰੀ ਜਾਂਦਾ। ਸੰਤ ਬਾਬਾ ਹਰਨਾਮ ਸਿੰਘ ਜੀ ਤੇ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਕਥਾ ਹੈ ਕਿ ਇੱਕ ਭੋਲਾ ਜਿਹਾ ਬੱਚਾ ਲਿਆਂਦਾ, ਘਰ ਦੇ ਛੱਡ ਕੇ ਵੀ ਸਾਡੇ ਦਾ ਕੰਮ ਦਾ ਨਹੀਂ ਹੈ, ਸਿਮਰਨ ਕਰਨ ਲੱਗ ਗਿਆ ਤੇ ਸੇਵਾ ਕਰਨ ਲੱਗ ਗਿਆ। ਉਹ ਕਹਿੰਦੇ ਉਹਦੇ ਮੰਜੇ ਕੋਲ ਬੈਠ ਕੇ ਸੁਣਿਆ ਸੁੱਤੇ ਪਿਆ ਵੀ ਉਹਦੇ ਵਾਹਿਗੁਰੂ ਵਾਹਿਗੁਰੂ ਜਪੀ ਜਾਂਦਾ ਸੀ, ਸੁੱਤਿਆਂ ਪਿਆ। ਫਿਰ ਜਦੋਂ ਧਿਆਨ ਪੱਕ ਗਿਆ, ਫਿਰ ਸੁੱਤਿਆਂ ਦਾ ਵੀ ਸਿਮਰਨ ਹੁੰਦਾ ਰਹਿੰਦਾ ਜਦੋਂ ਪੱਕ ਗਿਆ। ਪਰ ਇੱਕ ਵਾਰ ਤਾਂ ਪਕਾਉਣਾ ਪੈਣਾ ਗੁਰਮੁਖੋ। ਸਾਨੂੰ ਪਾਤਸ਼ਾਹ ਜੀ ਕਹਿ ਰਹੇ ਨੇ ਊੜੈ ਊੜ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਚਰਿਆ, ਤਿਨ ਕਵਣ ਕਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਕੂੰਜਾਂ ਦੀ ਉਦਾਹਰਨ ਦਿੱਤੀ। ਕਹਿੰਦੇ ਉਹ ਬੱਚੇ ਕੂੰਜਾਂ ਨੂੰ ਕੌਣ ਪਾਲਦਾ? ਉਹ ਤਾਂ ਛੱਡ ਕੇ ਆ ਗਈਆਂ। ਬਸ ਧਿਆਨ ਹੈ ਉਹਨਾਂ ਦੇ ਵਿੱਚ, ਤੇ ਧਿਆਨ ਦੇ ਨਾਲ ਹੀ ਕੂੰਜਾਂ ਆਪਣੇ ਬੱਚੇ ਨੂੰ ਪਾਲ ਦਿੰਦੀਆਂ। ਪੰਛੀ ਦੇ ਵਿੱਚ ਹੈ, ਪਸ਼ੂਆਂ ਦੇ ਵਿੱਚ ਹੈ। ਪਾਤਸ਼ਾਹ ਜੀ ਕਹਿੰਦੇ ਵੀ ਤੈਨੂੰ ਤਾਂ ਮੈਂ 84 ਲੱਖ ਜੂਨੀਆਂ ਦਾ ਸ਼ਰੋਮਣੀ ਬਣਾਇਆ, ਪਰ ਤੇਰੇ 'ਚ ਧਿਆਨ ਸਾਧਨਾ ਕਿਉਂ ਨਹੀਂ ਹੈ? ਕਿਉਂਕਿ ਉਹਨਾਂ ਦਾ ਧਿਆਨ ਇੱਕੋ ਥਾਂ ਤੇ ਹੈ ਤੇ ਸਾਡਾ ਕਈ ਥਾਂ ਤੇ ਹੈ। ਗੜਬੜ ਇੱਥੇ ਹੋ ਗਈ ਨਾ। ਸਾਡਾ ਧਿਆਨ ਬਹੁਤ ਥਾਵਾਂ ਤੇ ਹੈ, ਉਹਦਾ ਇੱਕੋ ਥਾਂ ਤੇ ਹੈ। ਤੇ ਜੇ ਅਸੀਂ ਵੀ ਇੱਕੋ ਹੀ ਥਾਂ ਤੇ ਕਰ ਲਈਏ ਤੇ ਸਾਡਾ ਵੀ ਟਿਕ ਜੇਗਾ, ਬਣ ਜੂਗੀ ਗੱਲ। ਇੱਕੋ ਹੀ ਥਾਂ ਤੇ ਕਿੱਥੇ ਕਰਨਾ ਧਿਆਨ? ਇੱਕੋ ਓੰਕਾਰ ਦੇ ਵਿੱਚ। ਇਹਦੇ 'ਚ ਧਿਆਨ ਟਿਕਾਉਣਾ ਆਪਣਾ, ਇੱਕੋ ਓੰਕਾਰ ਦੇ ਵਿੱਚ। ਰਸਨਾ ਨਾਲ ਕਹਿਣਾ, ਕੰਨਾਂ ਦੇ ਨਾਲ ਸੁਣਨਾ। ਨਾਨਕ ਨਾਮ ਆਰਾਧਿਆ। ਫਿਰ ਇਹ
ਹਿਰਦੇ ਵਿੱਚ ਸਿਮਰਨ ਨਿਰੰਤਰ ਹੋ ਜਾਂਦਾ ਹੈ, ਅੰਦਰ ਬਾਹਰੋਂ ਸਿਮਰਨ ਅੰਦਰ ਚਲਿਆ ਜਾਂਦਾ ਹੈ, ਨਿਰੰਤਰ ਹੋ ਜਾਂਦਾ ਹੈ। ਹੁਣ ਕੁਝ ਵੀ ਕਰਨ ਦੀ ਜੋ ਮਰਜ਼ੀ ਕਰੀ ਜਾਓ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੱਥਾਂ ਨਾਲ ਪੈਰਾਂ ਨਾਲ ਜਿੱਥੇ ਮਾਰੇ ਭੱਜੇ ਫਿਰੋ, ਸਿਮਰਨ ਜਿਹੜਾ ਉਹ ਅੰਦਰ ਚੱਲਦਾ ਰਹੇਗਾ, ਕਿਉਂਕਿ ਹੁਣ ਪਾਣੀ ਅੰਦਰ ਪ੍ਰਗਟ ਹੋ ਗਿਆ। ਤੋ ਸਾਹਿਬ ਜੀ ਕਹਿੰਦੇ ਨਾਨਕ ਨਾਮ ਆਰਾਧਿਆ ਵਿਘਨ ਨਾ ਲਾਗੇ ਕੋਈ, ਜੀਵਨ ਦੇ ਵਿੱਚ ਕੋਈ ਵਿਘਨ ਪੈਂਦਾ ਨਹੀਂ, ਕੋਈ ਰੁਕਾਵਟ ਨਹੀਂ ਪੈਂਦੀ, ਕਿਉਂਕਿ ਸਾਰੇ ਜਿਹੜੇ ਵਿਘਨ ਨੇ ਉਹ ਆਪਣੇ ਆਪ ਹੀ ਨਾਸ਼ ਹੁੰਦੇ ਜਾਣਗੇ। ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ, ਬੜ ਭਾਗੀ ਹਰ ਜਪਨਾ। ਸਤਿਗੁਰੂ ਜੀ ਕਹਿੰਦੇ ਵੀ ਆਦ ਬਾਰੇ ਪਤਾ, ਵਿਆਦ ਬਾਰੇ ਪਤਾ, ਕਿਉਂਕਿ ਉਹਦਾ ਕਾਰਨ ਹੈ, ਪਰ ਜਿਹੜੀ ਉਪਾਧੀ ਹੈ ਉਹਦਾ ਤਾਂ ਸਾਨੂੰ ਕਾਰਨ ਪਤਾ ਨਹੀਂ ਕਿੱਥੇ ਆ ਕੇ ਵਿਪਤਾ ਪੈ ਜਾਵੇ। ਜਿਹੜਾ ਐਕਸੀਡੈਂਟ ਹੈ ਉਹ ਅਚਾਨਕ ਹੁੰਦਾ ਹੈ, ਐਕਸੀਡੈਂਟ ਅਚਾਨਕ ਹੁੰਦਾ ਹੈ, ਉਹ ਹੈਗੀ ਹੈ ਉਪਾਧੀ, ਵੀ ਸਾਨੂੰ ਨਹੀਂ ਪਤਾ ਜੀ ਕਿਵੇਂ ਹੋ ਗਿਆ ਐਕਸੀਡੈਂਟ, ਅਚਾਨਕ ਘਟਨਾ। ਇਹ ਸਤਿਗੁਰੂ ਜੀ ਕਹਿੰਦੇ ਵੀ ਉਹ ਜੋ ਤੇਰੇ ਜੀਵਨ ਦੇ ਵਿੱਚ ਹੋਣ ਵਾਲਾ ਹੈ ਤੈਨੂੰ ਪਤਾ ਹੀ ਨਹੀਂ, ਉਹ ਵੀ ਨਾਸ ਹੋ ਜਾਊਗਾ। ਜੈ ਹਰ ਸਿਮਰਨ ਭਇਆ, ਕਹਿੰਦੇ ਐਂ ਕਰੋ, ਜਿੱਥੇ ਸਿਮਰਨ ਹੋਇਆ ਨਾ, ਜਿਹਨੇ ਸਿਮਰਨ ਕੀਤਾ ਉਹਦੇ ਕੋਲ ਜਾ ਕੇ ਪੁੱਛ ਲਓ ਉਹਨੂੰ, ਤੈਂ ਉਪਾਦ ਗਤ ਕੀਨੀ, ਵੀ ਸਿਮਰਨ ਨੇ ਉਪਾਧੀਆਂ ਨਾਸ ਕੀਤੀਆਂ ਕਿ ਨਹੀਂ ਕੀਤੀਆਂ। ਜੈ ਹਰ ਸਿਮਰਨ ਭਇਆ ਤੈਂ ਉਪਾਦ ਗਤ ਕੀਨੀ, ਬੜ ਭਾਗੀ ਹਰ ਜਪਨ। ਹੁਣ ਆਕਾਸ਼ ਦੇ ਵਿੱਚੋਂ ਬਰਫ਼ ਡਿੱਗਦੀ ਹੈ, ਤੇ ਹੁਣ ਬਰਫ਼ ਦਾ ਤੋਦਾ ਸਾਡੇ ਸਿਰ ਦੇ ਵਿੱਚ ਵੱਜੇ ਤੇ ਅਸੀਂ ਬਚਾਂਗੇ ਥੋੜੀ, ਪਰ ਉਹੀ ਤੋਦਾ ਜੇ ਆਉਂਦਾ ਪਾਣੀ ਬਣ ਜਾਂਦਾ, ਸਾਡਾ ਕੁਝ ਵੀ ਨਹੀਂ ਵਿਗੜਦਾ। ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਜੀ ਸਿਮਰਨ ਕਰਨ ਵਾਲਿਆਂ ਦੇ ਵਿਘਨ ਰਸਤੇ ਦੇ ਵਿੱਚ ਹੀ ਟਾਲ ਦਿੰਦੇ ਆ। ਉਹ ਬਰਫ਼ ਦਾ ਤੋਦਾ ਆਉਂਦਾ ਪਾਣੀ ਬਣ ਗਿਆ, ਤੇ ਉਹ ਆਪਣਾ ਕੰਮ ਵੀ ਹੋ ਗਿਆ ਜਿਹੜਾ ਕਿਰਤ ਕਰਮ ਸੀ, ਤੇ ਸਾਡਾ ਵਿਗੜਿਆ ਵੀ ਕੁਝ ਨਹੀਂ ਹੈ। ਸਾਰੀਆਂ ਉਪਾਧੀਆਂ ਨਾਸ ਹੁੰਦੀਆਂ ਨੇ, ਵਿਘਨ ਨਾ ਲੱਗੇ ਕੋਈ ਵਿਘਨ ਨਹੀਂ ਲੱਗਦਾ ਸਿਮਰਨ ਕਰਨ ਵਾਲਿਆਂ ਨੂੰ। ਹਾਂਜੀ, ਪੌੜੇ ਭਗਤਾਂ ਕਾ ਬੋਲਿਆ ਪਰਵਾਨ ਹੈ, ਦਰਗਹ ਪਵੈ ਥਾਏ। ਹੁਣ ਨਾਨਕ ਨਾਮ ਆਰਾਧਿਆ ਵਿਘਨ ਨਾ ਲੱਗੇ ਕੋਈ। ਹੁਣ ਜਿਹੜੇ ਨਾਮ ਦਾ ਆਰਾਧਨ ਕਰਨ ਵਾਲੇ, ਉਹਨਾਂ ਦੀ ਗੱਲ ਅੱਗੇ ਪੌੜੀ ਵਿੱਚ ਦੱਸਦੇ ਪਾਤਸ਼ਾਹ ਜੀ। ਸ਼ਲੋਕ ਦੇ ਨਾਲ ਮਹੱਲਾ ਜੁੜਿਆ ਹੈ, ਮਹੱਲੇ ਦੇ ਨਾਲ ਪੌੜੀ ਜੁੜੀ ਹੋਈ ਹੈ। ਹੁਣ ਭਗਤਾਂ ਕਾ ਬੋਲਿਆ ਪ੍ਰਵਾਨ ਹੈ, ਦਰਗਹਿ ਪਵੈ ਥਾਏ। ਹੁਣ ਜਿਹੜੇ ਆਰਾਧਨ ਕਰਨ ਵਾਲੇ ਨੇ ਉਹਨਾਂ ਨੂੰ ਕੀ ਕਹਿੰਦੇ ਜੀ? ਭਗਤ। ਭਗਤ ਜਿਹੜਾ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਰਹਿੰਦਾ। ਭਾਉ ਪਲਸ ਆਕਤ, ਭਾਵ ਨਾਮ ਹੈ ਪ੍ਰੇਮ, ਆਕਤ ਨਾਮ ਹੈ ਮੂਰਤੀ ਦਾ। ਜਿਹੜਾ ਪ੍ਰੇਮ ਦੀ ਮੂਰਤ ਬਣ ਗਿਆ। ਸਾਚ ਕਹੋ ਸੁਨ ਲਿਓ ਸਵੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਭਗਤ। ਭਗਤਾਂ ਕਾ ਬੋਲਿਆ ਪ੍ਰਵਾਨ ਹੈ। ਹੁਣ ਜਿਹੜਾ ਭਗਤਾਂ ਦਾ ਬੋਲਿਆ ਉਹ ਪ੍ਰਵਾਨ ਹੈ। ਭਗਤ ਕੀ ਬੋਲਦੇ ਆ ਜੀ? ਭਗਤ ਮੁਖਾਂ ਤੇ ਬੋਲਦੇ, ਜੋ ਮੁਖੋਂ ਬੋਲਦੇ ਹਨ ਉਹ ਪ੍ਰਮਾਤਮਾ ਦਾ ਨਾਮ ਬੋਲਦੇ ਨੇ, ਪ੍ਰਮਾਤਮਾ ਦੀ ਸੇਵਤ ਸਲਾਹ ਕਰਦੇ ਨੇ, ਤੇ ਪ੍ਰਮਾਤਮਾ ਉਹਨਾਂ ਦਾ ਬੋਲਿਆ ਕਰਦਾ ਪ੍ਰਵਾਨ। ਭਾਵ ਹੈ ਵੀ ਪ੍ਰਮਾਤਮਾ ਸਿਰਫ ਤੇ ਸਿਰਫ ਤੇ ਸਿਰਫ ਸਿਮਰਨ ਨੂੰ ਹੀ ਪ੍ਰਵਾਨ ਕਰਦਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਗਤਾਂ ਕਾ ਬੋਲਿਆ ਪ੍ਰਵਾਨ। ਭਗਤ ਸਿਮਰਨ ਕਰਦਾ ਹੈ ਤੇ ਪ੍ਰਮਾਤਮਾ ਨੂੰ ਪ੍ਰਵਾਨ ਕਰਦਾ ਹੈ, ਤੇ ਜਿਹੜੀ ਚੀਜ਼ ਪ੍ਰਵਾਨ ਹੋ ਜਾਂਦੀ ਹੈ ਉਹ ਦਰਗਾਹ ਦੇ ਵਿੱਚ ਥਾਂ ਪੈਂਦੀ ਹੈ। ਜਿਹੜੀ ਪ੍ਰਵਾਨ ਹੈ ਨਾ ਜੀ, ਉਹ ਰੱਖ ਲਈ ਜਾਂਦੀ ਹੈ। ਸੋ ਜਿਹੜੇ ਭਗਤ ਬੋਲਦੇ ਨੇ, ਵਾਹਿਗੁਰੂ ਪਰਮੇਸ਼ਰ ਜੀ ਦਾ ਸਿਮਰਨ ਕਰਦੇ ਨੇ, ਉਹ ਪ੍ਰਵਾਨ ਹੈ, ਤੇ ਪ੍ਰਮਾਤਮਾ ਉਹ ਸਿਮਰਨ ਨੂੰ ਥਾਂ ਪੈਂਦਾ। ਨਾਨਕ ਲੇਖਾ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਸਾਹਿਬ ਜੀ ਕਹਿੰਦੇ ਲੇਖੇ 'ਚ ਤਾਂ ਇੱਕੋ ਹੀ ਗੱਲ ਹੈ। ਉਹ ਕਿਹੜੀ ਹੈ? ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਦਰੈ ਮੁੱਚਾ। ਇਹ ਸਿਮਰਨ ਹੀ ਲੇਖੇ ਦੇ ਵਿੱਚ ਪੈਣਾ, ਹੋਰ ਕੋਈ ਨਹੀਂ ਹੈ। ਬਾਕੀ ਜੋ ਮਰਜ਼ੀ ਕਰੀ ਜਾਓ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਹੀ। ਕਹਿੰਦੇ ਜਾਓ ਫਿਰ ਧਰਮ ਰਾਜ ਦੇ ਕੋਲ ਜੇ ਪੁੰਨ ਦਾਨ ਹੀ ਕਰਨੇ ਨੇ। ਪਰਮਾਤਮਾ ਨਹੀਂ ਥਾਂ ਪਾਉਂਦੇ ਨੂੰ, ਪਰਮਾਤਮਾ ਨੇ ਥਾਂ ਪਾਉਣਾ ਕੇਵਲ ਸਿਮਰਨ। ਭਗਤਾਂ ਕਾ ਬੋਲਿਆ, ਭਗਤਾਂ ਦਾ ਕੀਤਾ ਹੋਇਆ ਸਿਮਰਨ ਪ੍ਰਵਾਨ ਹੈ, ਪ੍ਰਮਾਣਿਤ ਹੈ,
ਕਿਉਂਕਿ ਜੋ ਗੁਰੂ ਨੇ ਕਿਹਾ ਉਹਨਾਂ ਨੇ ਕੀਤਾ ਪ੍ਰਮਾਣਿਤ ਹੈ। ਦਰਗਹਿ ਪਵੈ ਥਾਏ, ਤੇ ਫਿਰ ਉਹ ਭਾਈ ਦਰਗਾਹ ਦੇ ਵਿੱਚ ਥਾਂ ਪੈਂਦਾ। ਇਸ ਕਰਕੇ ਆਪਾਂ ਨੇ ਕਰਨਾ ਕੀ ਹੈ ਕਿ ਰਾਮ ਰਮੋਹ ਵਡ ਭਾਗੀ ਹੋ, ਜਲ ਥਲ ਮਈਲ ਸੋਏ। ਇੱਕੋ ਹੀ ਕੰਮ ਕਰਨਾ, ਉਹ ਹੈ ਪ੍ਰਮਾਤਮਾ ਦਾ ਸਿਮਰਨ ਹੈ ਭਾਈ। ਤੇ ਇਹ ਦਰਗਾਹ ਦੇ ਵਿੱਚ ਥਾਂ ਪੈਂਦਾ, ਮਾਲਕ ਨੂੰ ਪ੍ਰਵਾਨ ਕਰ ਦਿੰਦਾ। ਜੋ ਕਹਿਤਾ ਪਤਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ। ਮਾਲਕ ਕਿਸੇ ਦੀ ਘਾਲਣਾ ਤਿਲ ਮਾਤਰ ਵੀ ਜਾਈ ਨਹੀਂ ਜਾਣ ਦਿੰਦਾ, ਥਾਂ ਪਾਉਂਦਾ। ਹਾਂਜੀ, ਭਗਤਾ ਤੇਰੀ ਟੇਕ ਰਤੇ ਸਚ ਨਾਏ। ਕਿਉਂਕਿ ਭਗਤਾਂ ਦੇ ਕੋਲ ਤੇਰੀ ਟੇਕ ਹੈ ਤੇ ਉਹ ਪ੍ਰਮਾਤਮਾ ਦੇ ਸੱਚੇ ਨਾਂ ਦੇ ਵਿੱਚ ਰੱਤੇ ਹੋਏ ਨੇ, ਮਿਲੇ ਹੋਏ ਹਨ। ਹਾਂਜੀ, ਜਿਸਨੋ ਹੋਏ ਕਿਰਪਾਲ ਤਿਸ ਕਾ ਦੁਖ ਜਾਏ। ਜਿਹਦੇ ਉੱਤੇ ਵਾਹਿਗੁਰੂ ਪਰਮੇਸ਼ਰ ਜੀ ਕਿਰਪਾ ਕਰ ਦਿੰਦੇ ਹਨ, ਉਹਨਾਂ ਦਾ ਭਾਈ ਸਭ ਤਰ੍ਹਾਂ ਦਾ ਦੁੱਖ ਜਿਹੜਾ ਹੈ ਜੰਮਣ ਮਰਨ ਦਾ, ਜਨਮ ਤੋਂ ਲੈ ਕੇ ਮਰਨ ਤੱਕ ਦਾ ਕੱਟਿਆ ਜਾਂਦਾ ਹੈ। ਹਾਂਜੀ, ਭਗਤ ਤੇਰੇ ਦਇਆਲ ਉਹਨਾਂ ਮਿਹਰ ਪਾਏ। ਇਹ ਵਾਹਿਗੁਰੂ ਜੀ ਜਿਹੜੇ ਭਗਤ ਨੇ ਉਹ ਤੇਰੇ ਨੇ, ਹੈ ਤਾਂ ਹੁਣ ਆਪਾਂ ਸਾਰੇ ਉਹਦੇ ਹੈ। ਇੱਕ ਪਿਤਾ ਹੈ, ਉਹਦੇ 4 ਪੁੱਤਰ ਨੇ, ਪਰ ਉਹਨਾਂ ਵਿੱਚੋਂ ਇੱਕ ਕੋਲ ਰਹਿ ਕੇ ਕਰਦਾ ਸੇਵਾ। ਉਹ ਕਹਿੰਦਾ ਵੀ ਮੈਂ ਤਾਂ ਨਹੀਂ ਜਾਂਦਾ ਕਿਤੇ, ਮੈਂ ਤਾਂ ਕੋਲ ਰਹਿ ਕੇ ਸੇਵਾ ਕਰਾਂਗਾ। ਤਿੰਨਾਂ ਨੇ ਆਪਣਾ ਹਿੱਸਾ ਲਿਆ ਤੇ ਭੱਜ ਗਏ। ਹੁਣ ਹੈ ਤਾਂ 3 ਵੀ ਉਹਦੇ ਹੀ ਹੈ, ਪਰ ਹੁਣ ਜਦੋਂ ਉਹ ਜਾਣਦੇ ਨਹੀਂ ਪਿਓ ਕਿੱਥੇ ਹਿੱਸਾ ਲੈ ਕੇ ਭੱਜ ਗਏ, ਫਿਰ ਸੰਬੰਧ ਟੁੱਟ ਗਿਆ ਨਾ। ਤੇ ਹੁਣ ਪਿਤਾ ਕੀ ਕਹਿੰਦਾ ਵੀ ਅਸਲ ਦੇ ਵਿੱਚ ਮੇਰਾ ਪੁੱਤਰ ਤੇ ਤੂੰ ਹੈ, 3 ਹੋਏ ਨਾ ਹੋਏ ਇੱਕੋ ਹੀ ਬਰਾਬਰ ਹੈ। ਜਿਹੜਾ ਮੇਰੇ ਕੋਲ ਹੈ, ਮੇਰਾ ਕਹਿਣਾ ਮੰਨਦਾ, ਮੇਰੀ ਸੇਵਾ ਕਰਦਾ, ਅਸਲੀ ਪੁੱਤਰ ਤਾਂ ਮੇਰਾ ਹੀ ਹੈ ਨਾ। 3 ਤਾਂ ਉਹ ਹੈ ਉਹਦੇ ਹੀ ਹੈ, ਪਰ ਹੁਣ ਉਹ ਕਹਿਣੇ ਤੋਂ ਬਾਹਰ ਹੋ ਗਏ। ਇਸ ਤਰ੍ਹਾਂ ਭਗਤ ਜਿਹੜੇ ਨੇ ਮਾਲਕ ਦੇ ਕਹਿਣੇ ਵਿੱਚ ਨੇ, ਰਜਾ ਵਿੱਚ ਨੇ। ਜੋ ਪਰਮਾਤਮਾ ਦਾ ਹੁਕਮ ਹੈ ਉਹਦੇ ਮੁਤਾਬਕ ਉਹ ਭਜਨ ਬੰਦਗੀ ਕਰ ਰਹੇ ਨੇ, ਸੇਵਾ ਕਰ ਰਹੇ ਨੇ। ਫਿਰ ਉਹਨਾਂ ਮਿਹਰ ਪਾਏ, ਉਹਨਾਂ ਉੱਤੇ ਮਿਹਰ ਹੋ ਜਾਂਦੀ ਹੈ। ਉਹ ਕਹਿੰਦਾ ਵੀ ਹੁਣ ਸਾਰਾ ਕੁਝ ਤੇਰਾ ਹੀ ਹੈ। ਹਾਂਜੀ, ਦੁਖ ਦਰਦ ਵਡ ਰੋਗ ਨਾ ਪੋਹੇ ਤਿਸ ਮਾਏ। ਦੁੱਖ ਹੈ, ਦਰਦ ਹੈ, ਵੱਡਾ ਰੋਗ ਹਉਮੈ ਦਾ, ਨਾ ਪੋਹੈ ਤੇ ਸਮਾਏ। ਨਾ ਹੀ ਮਾਇਆ ਉਹਦੇ ਉੱਤੇ ਭਾਈ ਆਪਣਾ ਅਸਰ ਪਾਉਂਦੀ ਹੈ। ਜਿਹੜਾ ਭਗਤ ਹੈ, ਜਿਹੜਾ ਸਿਮਰਨ ਕਰਨ ਵਾਲਾ ਹੈ। ਹਾਂਜੀ, ਭਗਤਾ ਇਹੋ ਆਧਾਰ ਗੁਣ ਗੋਵਿੰਦ ਗਾਏ। ਭਗਤਾਂ ਨੇ ਆਪਣੇ ਜੀਵਨ ਦਾ ਆਧਾਰ ਇਹੀ ਬਣਾਇਆ, ਗੁਣ ਗੋਬਿੰਦ ਗਾਏ। ਵੀ ਆਪਾਂ ਸਿਰਫ ਤੇ ਸਿਰਫ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣ ਗਾਉਣੇ ਨੇ, ਸਿਰਫ ਇੱਕ ਪਰਮਾਤਮਾ ਦਾ ਸਿਮਰਨ ਕਰਨਾ ਹੈ। ਉਹਨਾਂ ਨੇ ਇਹਨੂੰ ਜੀਵਨ ਦਾ ਆਧਾਰ ਬਣਾ ਲਿਆ, ਆਸਰਾ ਬਣਾ ਲਿਆ। ਹਾਂਜੀ, ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਿਆਏ। ਉਹ ਹਮੇਸ਼ਾ ਦਿਨ ਰਾਤ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਜੀ ਦਾ ਧਿਆਨ ਧਰਦੇ ਆ। ਹਾਂਜੀ, ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ। ਇਸ ਤਰ੍ਹਾਂ ਉਹ ਭਗਤ ਜਨ ਭਾਈ ਵਾਹਿਗੁਰੂ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਪੀ ਕੇ ਰੱਜੇ ਰਹਿੰਦੇ ਹਨ। ਉਹਨਾਂ ਦੀਆਂ ਸਭ ਤਰ੍ਹਾਂ ਦੀਆਂ ਜਿਹੜੀਆਂ ਇੱਛਾਵਾਂ ਨੇ ਉਹ ਖਤਮ ਹੋ ਜਾਂਦੀਆਂ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਸਤਿਗੁਰਾਂ ਜੀ ਦੀ ਪਾਵਨ ਬਾਣੀ ਜੋ ਅਗਾਧ ਬੋਧ ਹੈ, ਐਸੀ ਬਾਣੀ ਦੀ ਵਿਚਾਰ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਲਈ ਦਾਸ ਖਿਮਾਂ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।